स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी, दोनों जी आए। बहुत बहुत शुक्रिया रंधावा जी। ਕਰਨ ਸਤਿ ਸ਼੍ਰੀ ਅਕਾਲ ਜੀ। अमृतपाल सिंह के चाचा ਨੂੰ गिरफ्तार कर लिया गया और ਇਹਦੇ ਸੰਬੰਧੀ ਹੋਰ ਜਾਣਕਾਰੀਆਂ ਜਿਹੜੀਆਂ ਵੱਖ-ਵੱਖ ਨੈਸ਼ਨਲ ਔਰ ਵੱਡੀਆਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਨੇ ਉਹ ਤੁਹਾਡੇ ਨਾਲ ਸਾਂਝ ਪਾਉਣੇ। ਇੱਕ ਅਖਬਾਰ ਉਹਦੇ ਜਾਰਜੀਆ ਦੇ ਵਿੱਚ ਟ੍ਰੇਨਿੰਗ ਹੋਣ ਦਾ ਜ਼ਿਕਰ ਕਰ ਰਹੀ ਹੈ ਔਰ ਇੱਕ ਅਖਬਾਰ ਉਹਦੇ ਸਾਥੀ ਦੇ ਪਿਛਲੇ 2 ਸਾਲਾਂ ਦੇ ਵਿੱਚ 35 ਕਰੋੜ ਰੁਪਇਆ ਇਕੱਠੇ ਕਰਨ ਦਾ ਜ਼ਿਕਰ ਕਰ ਰਹੀ ਹੈ। ਵੱਖ-ਵੱਖ ਪੱਧਰ ਦੀਆਂ ਰਿਪੋਰਟਾਂ ਤੇ ਵੱਖ-ਵੱਖ ਪੱਧਰ ਦੇ ਨੈਰੇਟਿਵ ਉਹ ਤੁਹਾਡੇ ਨਾਲ ਸਾਂਝ ਪਾਉਣੇ ਆ ਜਿਹੜੇ ਵੱਖ-ਵੱਖ ਸੋਰਸਸ ਤੋਂ ਆ ਰਹੇ ਆ। 3-4 ਖਬਰਾਂ ਹੋਰ ਅਹਿਮ ਨੇ ਜਿਨ੍ਹਾਂ ਦੇ ਵਿੱਚ ਇੱਕ ਤਾਂ ਇਸੇ ਮਾਮਲੇ 'ਚ ਹਾਈ ਕੋਰਟ 'ਚ ਪਟੀਸ਼ਨ ਦਾਖਲ ਹੋਈ ਆ, ਹੈਬੀਅਸ ਕਾਰਪਸ ਪਟੀਸ਼ਨ, ਔਰ ਉਹਦੇ ਸੰਬੰਧੀ ਜਾਣਕਾਰੀ ਮੰਗੀ ਗਈ ਹੈ ਸਟੇਟ ਕੋਲੋਂ ਜਾਂ ਉਹਨਾਂ ਨੂੰ ਨੋਟਿਸ ਹੋਇਆ। ਸਲਮਾਨ ਖਾਨ ਨੂੰ ਇੱਕ ਵਾਰੀ ਫਿਰ ਧਮਕੀ ਮਿਲਦੀ ਹੈ ਤੇ ਉਹਦੇ ਸੰਬੰਧੀ ਕੇਸ ਰਜਿਸਟਰਡ ਹੋ ਜਾਂਦਾ ਹੈ। ਰਾਹੁਲ ਗਾਂਧੀ ਨਾਲ ਜੁੜੀ ਖਬਰ ਵੀ ਅਹਿਮ ਆ, ਪੁਲਿਸ ਉਹਦੇ ਦਰ ਤੇ ਰਹੀ, ਉਹਨੇ ਇੱਕ ਜਵਾਬ ਦਿੱਤਾ ਹੈ। ਹਾਈ ਕੋਰਟ ਦੇ ਵਿੱਚੋਂ ਇੱਕ ਕਾਫੀ ਅਹਿਮ ਜੱਜਮੈਂਟ ਹੈ, ਟਿੱਪਣੀ ਹੈ ਕੋ ਅਕਿਊਜ਼ ਦੇ ਮਾਮਲੇ 'ਚ। ਮਤਲਬ ਇੱਕੋ ਕੇਸ ਦੇ ਵਿੱਚ ਜੇ ਕਿਸੇ ਇੱਕ ਵਿਅਕਤੀ ਨੂੰ ਜਾਂ ਇੱਕ ਵਰਗੇ ਕੇਸ ਵਿੱਚ ਜੇ ਇੱਕ ਵਿਅਕਤੀ ਨੂੰ ਜ਼ਮਾਨਤ ਮਿਲੀ ਹੈ ਤੇ ਜ਼ਰੂਰੀ ਨਹੀਂ ਕਿ ਦੂਜੇ ਨੂੰ ਵੀ ਉਸੇ ਆਧਾਰ ਤੇ ਜ਼ਮਾਨਤ ਦਿੱਤੀ ਜਾਵੇ। ਅੱਜ ਫਰੀਦਕੋਟ ਦੀ ਅਦਾਲਤ ਵਿੱਚ ਸਮੇਤ ਸਿੰਘ ਸੈਣੀ, ਉਮਰਾ ਨੰਗਲ ਤੇ ਹੋਰਾਂ ਦੇ ਕੇਸ ਲੱਗੇ ਹੋਏ ਆ। ਹੁਣ ਇਹਨਾਂ ਮਾਮਲਿਆਂ 'ਚ ਉਹਨਾਂ ਨੂੰ ਕੋਈ ਰਾਹਤ ਮਿਲਦੀ ਹੈ ਕਿ ਨਹੀਂ, ਇਹ ਦੁਪਹਿਰ ਤੋਂ ਬਾਅਦ ਲਗਭਗ ਕਲੀਅਰ ਹੋ ਜਾਊਗਾ। ਤੇ ਇਸ ਤੋਂ ਆਖਰੀ ਗੱਲ ਜਿਹੜੀ ਪੰਜਾਬ ਨਾਲ ਇੱਕ ਹੋਰ ਜ਼ਿਆਦਤੀ ਦਾ ਮਾਮਲਾ ਹੈ। ਤੁਹਾਨੂੰ ਯਾਦ ਹੋਣਾ ਮੱਤੇਵਾੜਾ, ਤੁਹਾਨੂੰ ਯਾਦ ਹੋਣਾ ਟੈਕਸਟਾਈਲ ਪਾਰਕ, ਤੇ ਇੱਕ ਖਬਰ ਕਿ ਹੁਣ ਇਹ ਪੰਜਾਬ ਤੋਂ ਦੂਰ ਚਲੇ ਗਿਆ। ਮੱਤੇਵਾੜਾ ਦੇ ਵਿੱਚ ਜਦੋਂ ਸ਼ੁਰੂ 'ਚ ਵਾਤਾਵਰਣ ਪ੍ਰੇਮੀਆਂ ਨੇ ਝੰਡਾ ਗੱਡਿਆ ਸੀ, ਉਸ ਵੇਲੇ ਤੱਕ ਕੇਂਦਰੀ ਟੀਮਾਂ ਵਿਜ਼ਿਟ ਕਰ ਚੁੱਕੀਆਂ ਸੀ। ਲਗਭਗ ਸਹਿਮਤੀ ਬਣ ਗਈ ਸੀ ਕਿ ਪੰਜਾਬ ਦੇ ਵਿੱਚ ਇੱਕ ਟੈਕਸਟਾਈਲ ਪਾਰਕ ਦਿੱਤਾ ਜਾਵੇ, ਜਿਹਨੂੰ ਬਾਅਦ ਦੇ ਵਿੱਚ ਲੁਧਿਆਣਾ 'ਚ ਜਾਂ ਅੰਮ੍ਰਿਤਸਰ ਦੇ ਵਿੱਚ ਜ਼ਮੀਨ ਦੇਣ ਦੀ ਗੱਲ ਚੱਲੀ। ਹੁਣ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈ ਕਿਸੇ ਵੀ ਕੇਂਦਰੀ ਸਕੀਮ ਤਹਿਤ ਪੰਜਾਬ ਦੇ ਵਿੱਚ ਕੋਈ ਟੈਕਸਟਾਈਲ ਪਾਰਕ ਦੀ ਕੋਈ ਪ੍ਰਵਾਨਗੀ, ਪ੍ਰਪੋਜ਼ਲ, ਜ਼ਿਕਰ ਤੱਕ ਨਹੀਂ ਹੈ। ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਜਿਹੜੀਆਂ ਅਖਬਾਰਾਂ ਵੱਡੀਆਂ ਅਖਬਾਰਾਂ ਨੇ ਰਿਪੋਰਟ ਕਰ ਰਹੀਆਂ ਨੇ ਅਮਰਤਪਾਲ ਸਿੰਘ ਨੂੰ, ਵੱਖਰੇ ਵੱਖਰੇ ਲਹਿਜੇ ਨਾਲ ਕਰ ਰਹੀਆਂ ਨੇ, ਉਹਦੇ ਉੱਤੇ ਜਾਣਾ ਚਾਹੁੰਦੇ ਆ। ਸਭ ਤੋਂ ਪਹਿਲਾਂ ਅਮਰਤਪਾਲ ਸਿੰਘ ਦੇ ਚਾਚੇ ਨੂੰ, ਜਿਹੜੇ ਕੱਲ ਦੇਰ ਰਾਤ ਨੂੰ ਦੇਰ ਸ਼ਾਮ ਨੂੰ ਇੰਟਰਵਿਊ ਦੇ ਰਹੇ ਸੀ ਵੱਖ-ਵੱਖ ਟੀਵੀ ਚੈਨਲਾਂ ਨੂੰ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਪਤਾ ਲੱਗਿਆ ਉਹਨੇ ਸਰੈਂਡਰ ਕਰਤਾ ਹੈ, ਪੁਲਿਸ ਦੇ ਸਾਹਮਣੇ ਪੇਸ਼ ਹੋਇਆ। ਇੱਥੋਂ ਗੱਲ ਤੋਰੋ, ਫਿਰ ਵੱਖ-ਵੱਖ ਰਿਪੋਰਟਾਂ ਇਹਨੂੰ ਕਿਵੇਂ ਪ੍ਰਭਾਸ਼ਿਤ ਕਰ ਰਹੀਆਂ ਉਹਦਾ ਜ਼ਿਕਰ ਕਰਦੇ। ਰੰਧਾਵਾ ਜੀ, ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਅਖਬਾਰਾਂ ਭਰੀਆਂ ਪਈਆਂ। ਚਾਚਾ ਹਰਜੀਤ ਸਿੰਘ ਜੋ ਉਸ ਵਕਤ ਡਰਾਈਵ ਕਰ ਰਿਹਾ ਸੀ ਗੱਡੀ, ਜਦ ਅੰਮ੍ਰਿਤਪਾਲ ਉਹਨਾਂ ਦੇ ਖੱਬੇ ਪਾਸੇ ਬੈਠੇ ਸੀਗੇ, ਉਹ ਚਾਚੇ ਨੇ ਕੱਲ ਕਰਤਾ ਸਰੈਂਡਰ। ਔਰ ਸਰੈਂਡਰ ਕਰਨ ਤੋਂ ਪਹਿਲੇ ਇਹ ਖਬਰਾਂ ਵੀ ਨਿਕਲ ਕੇ ਆਈਆਂ ਕਿ ਉਹਨਾਂ ਨੇ ਫੋਨ ਕੀਤਾ DIG ਨਰਿੰਦਰ ਭਾਰਗਵ ਉਹਨਾਂ ਨੂੰ ਕਿ ਮੈਂ ਸਰੈਂਡਰ ਕਰਨਾ ਚਾਹੁੰਦਾ, ਮੈਂ ਫਿਲਹਾਲ ਇਸ ਗੁਰਦੁਆਰੇ ਦੇ ਵਿੱਚ ਹਾਂ, ਤੁਸੀਂ ਆਓ ਤੇ ਮੈਂ ਸਰੈਂਡਰ ਕਰਨ ਨੂੰ ਤਿਆਰ ਹਾਂ। 2 ਵਜੇ ਦੇ ਕਰੀਬ ਚਾਚਾ ਹਰਜੀਤ ਸਿੰਘ ਸਰੈਂਡਰ ਕਰ ਦਿੰਦਾ। ਉਸ ਤੋਂ ਪਹਿਲੇ ਉਹ ਮੀਡੀਆ ਨੂੰ ਇੰਟਰਵਿਊ ਵੀ ਦਿੰਦਾ ਹੈ ਔਰ ਉਸ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦਾ ਹੈ ਕਿ ਉਹਨਾਂ ਨੂੰ ਵੀ ਨਹੀਂ ਪਤਾ ਕਿ ਅੰਮ੍ਰਿਤਪਾਲ ਕਿੱਥੇ ਹੈ, ਕਿਉਂਕਿ ਜਦ ਨਾਕੇ ਲੱਗੇ ਹੋਏ ਸੀ ਤੇ ਉਹ ਪੁਲਿਸ ਵਾਲਿਆਂ ਨੂੰ ਇਹ ਪੁੱਛਣ ਵਾਸਤੇ ਉਤਰਿਆ ਕਿ ਵੀ ਇਹ ਨਾਕੇ ਕਿਉਂ ਲੱਗੇ ਹੋਏ ਨੇ। ਜਦ ਗੱਡੀ 'ਚ ਵਾਪਿਸ ਆਇਆ ਤੇ ਦੇਖਿਆ ਅੰਮ੍ਰਿਤਪਾਲ ਔਰ ਹੋਰ ਜਿਹੜੇ ਵੀ ਗੱਡੀ 'ਚ ਬੈਠੇ ਸੀਗੇ ਉਹ ਸਾਰੇ ਗਾਇਬ ਸੀਗੇ। ਇਸ ਗੱਲ ਤੋਂ ਸ਼ੱਕ ਤੇ ਬਹੁਤ ਜ਼ਿਆਦਾ ਪੈਂਦਾ ਹੈ ਕਿ ਵੀ ਕਿੱਥੇ ਚਲਾ ਗਿਆ ਅੰਮ੍ਰਿਤਪਾਲ ਉਸ ਕਨਵਾਏ ਦੇ ਵਿੱਚੋਂ ਗਾਇਬ ਹੋ ਕੇ। ਪਰ ਚਾਚੇ ਦੇ ਦਿੱਤੇ ਹੋਏ ਇੰਟਰਵਿਊ ਦੇ ਰਾਹੀਂ ਇਹ ਗੱਲ ਜ਼ਰੂਰ ਲੱਗਦੀ ਹੈ ਕਿ ਚਾਚਾ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ, ਇਹਦੇ ਉੱਤੇ ਸਵਾਲੀਆ ਨਿਸ਼ਾਨ ਤੇ ਹੈ। ਹੁਣ ਅੰਮ੍ਰਿਤਪਾਲ ਨੂੰ ਲੈ ਕੇ ਬਹੁਤ ਸਾਰੀ ਖਬਰਾਂ ਛਪੀਆਂ। ਹਿੰਦੁਸਤਾਨ ਟਾਈਮਸ ਵਰਗੇ ਇੱਕ ਵੱਡੇ ਅਖਬਾਰ ਨੇ ਜਾਰਜੀਆ ਦੇ ਵਿੱਚ ਅੰਮ੍ਰਿਤਪਾਲ ਨੂੰ ਦਿੱਤੀ ਹੋਈ ਟ੍ਰੇਨਿੰਗ ਦਾ ਜ਼ਿਕਰ ਕੀਤਾ ਹੈ ਕਿ ਪੰਜਾਬ ਆਉਣ ਤੋਂ ਪਹਿਲੇ ਅੰਮ੍ਰਿਤਪਾਲ ਨੂੰ ਜਾਰਜੀਆ ਦੇ ਵਿੱਚ ISI ਨੇ ਟ੍ਰੇਨਿੰਗ ਦਿੱਤੀ ਸੀ ਬਕਾਇਦਾ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਾ ਕੇ ਅਸ਼ਾਂਤੀ ਫੈਲਾਈ ਜਾਏ। ਔਰ ਉਸ ਟ੍ਰੇਨਿੰਗ ਦੇ ਨਾਲ ਨਾਲ ਹੋਰ ਵੀ ਕਈ ਚੀਜ਼ਾਂ ਅੱਗੇ ਆਈਆਂ। ਇੰਡੀਅਨ ਐਕਸਪ੍ਰੈਸ ਅਖਬਾਰ ਨੇ ਤੇ ਇੱਥੇ ਤੱਕ ਵੀ ਕਿਹਾ ਕਿ 35 ਕਰੋੜ ਰੁਪਏ ਦੀ ਏਡ ਦਿੱਤੀ ਗਈ। ਔਰ ਉਹ ਏਡ ਕਿਹਦੇ ਥਰੂ ਦਿੱਤੀ ਗਈ? ਦਲਜੀਤ ਸਿੰਘ ਕਲਸੀ, ਇੱਕ ਵੱਡਾ ਬਿਜ਼ਨਸਮੈਨ ਹੈ ਗੁਰੂਗ੍ਰਾਮ ਦਾ, ਜਿਹਨੂੰ ਇਸ ਕੇਸ ਦੇ ਵਿੱਚ ਫੜਿਆ ਵੀ ਗਿਆ। ਤਾਂ 35 ਕਰੋੜ ਦਾ ਵੀ ਜ਼ਿਕਰ। ਔਰ ਇੱਕ ਹੋਰ ਜ਼ਿਕਰ ਇਸ ਅਖਬਾਰ ਦੇ ਵਿੱਚ ਹੀ ਹੈਗਾ ਕਿ AKF ਅਨੰਦਪੁਰ ਖਾਲਸਾ ਫੋਰਸ ਅੰਮ੍ਰਿਤਪਾਲ ਬਣਾ ਰਿਹਾ ਸੀਗਾ ਕੁਝ ਬੁਲੇਟ ਪ੍ਰੂਫ ਜੈਕਟਸ ਉਹਦੇ ਘਰੋਂ, ਤੇ ਉਹ ਜਿਹੜਾ ਮਹਿਤਪੁਰ ਦੇ ਵਿੱਚ ਜਿਹੜੀ ਗੱਡੀਆਂ ਦੇ ਵਿੱਚ ਕਾਫਲੇ ਦੇ ਵਿੱਚ ਜਾ ਰਿਹਾ ਸੀਗਾ ਉਹਨਾਂ ਗੱਡੀਆਂ ਦੇ ਵਿੱਚੋਂ ਵੀ ਮਿਲੀ ਹੈ। ਔਰ ਜਿਹੜੇ ਹਥਿਆਰ ਬਰਾਮਦ ਹੋਏ ਹੈ ਉਹਨਾਂ ਦੇ ਉੱਤੇ ਵੀ AKF ਲਿਖਿਆ ਹੋਇਆ। ਔਰ ਅੰਮ੍ਰਿਤਪਾਲ ਦਾ ਉਹ ਘਰ ਜਿਹੜਾ ਜੱਲੂਪੁਰ ਖੈਰਾ ਦੇ ਵਿੱਚ ਹੈਗਾ ਉਹਦੇ ਮੇਨ ਗੇਟ ਤੇ ਵੀ ਵੱਡਾ AKF ਲਿਖਿਆ ਹੋਇਆ ਹੈ। ਇਹ ਫੌਜ ਕਿੰਨੀ ਕੁ ਬਣ ਚੁੱਕੀ ਸੀ ਜਾਂ ਕਿੰਨੀ ਕੁ ਬਣਨੀ ਸੀ
ਹਥਿਆਰ ਕਿੱਥੋਂ ਆਣੇ ਸੀ, ਇਹਦੀ ਇਨਵੈਸਟੀਗੇਸ਼ਨ ਵੀ ਇਸ ਰਿਪੋਰਟ ਦੇ ਰਾਹੀਂ ਲੱਗਦਾ ਹੈ ਕਿ ਪੁਲਿਸ ਨੇ ਉਹ ਸਾਰੀ ਇਨਵੈਸਟੀਗੇਸ਼ਨ ਕਰ ਲਈ ਹੈ। ਪਰ ਇਹ ਗੱਲਾਂ ਪਹਿਲੇ ਕਿਉਂ ਨਹੀਂ ਸਾਹਮਣੇ ਆਈਆਂ? ਇਹ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਕਿ ਜਾਰਜੀਆ ਦੇ ਵਿੱਚ ਜੇ ਪੰਜਾਬ ਆਉਣ ਤੋਂ ਪਹਿਲੇ ਅੰਮ੍ਰਿਤਪਾਲ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਤੇ ਇਹ ਪੰਜਾਬ ਪੁਲਿਸ ਨੂੰ ਪਤਾ ਸੀ, ਔਰ ਅੰਮ੍ਰਿਤਪਾਲ ਦੇ ਖਿਲਾਫ ਐਕਸ਼ਨ ਲੈਣ ਵਾਸਤੇ ਕਈ ਵਾਰ ਵਿਰੋਧੀ ਪਾਰਟੀਆਂ ਆਗਾਜ਼ ਵੀ ਕਰਦੀ ਸੀ, ਆਵਾਜ਼ ਵੀ ਕਰਦੀ ਸੀ ਕਿ ਤੁਸੀਂ ਇਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈਂਦੇ। ਤਦ ਇਹ ਗੱਲਾਂ ਸਰਕਾਰ ਨੇ ਕਦੀ ਵੀ ਅੱਗੇ ਨਹੀਂ ਲੈ ਕੇ ਆਏ। ਪਰ ਚਲੋ ਹੁਣ ਮੌਕੇ ਦੀ ਤਲਾਸ਼ ਦੇ ਵਿੱਚ ਹੁੰਦੀ ਹੈ ਕਈ ਵਾਰ ਸਰਕਾਰ ਨੂੰ, ਤੇ ਐਤਕੀ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਦੇ ਕਾਫਲੇ ਦੇ ਉੱਤੇ ਹਮਲਾ ਬੋਲਿਆ ਗਿਆ, ਇੱਕ ਤਰੀਕੇ ਨਾਲ 25 ਕਿਲੋਮੀਟਰ ਦੀ ਚੇਜ਼ ਦੀ ਗੱਲ ਕਰਦੇ ਨੇ, ਔਰ ਉਸ ਤੋਂ ਬਾਅਦ ਅੰਮ੍ਰਿਤਪਾਲ ਦਾ ਨਾਂ ਫੜਿਆ ਜਾਣਾ, ਇਹ ਵੀ ਇੱਕ ਕਥਿਤ ਤੌਰ ਤੇ ਕਹਿ ਰਿਹਾ ਕਿ ਨਾਂ ਫੜਿਆ ਜਾਣਾ, ਕਿਉਂਕਿ ਪੁਲਿਸ ਦਾ ਵਰਸ਼ਨ ਹੈਗਾ ਕਿ ਫੜਿਆ ਨਹੀਂ ਗਿਆ। 4 ਵਿਅਕਤੀਆਂ ਨੂੰ ਸਪੈਸ਼ਲ ਹਵਾਈ ਜਹਾਜ਼ ਯਾਨੀ 에ਅਰਫੋਰਸ ਦੇ ਹਵਾਈ ਜਹਾਜ਼ ਦੇ ਰਾਹੀਂ ਡਿਬਰੂਗੜ੍ਹ ਲੈ ਕੇ ਜਾਇਆ ਜਾਂਦਾ ਹੈ। ਕੁਝ ਰਿਪੋਰਟਾਂ ਤੇ ਏਦਾਂ ਦੀ ਵੀ ਛਪੀ ਹੈ ਕਿ ਉਹਦੇ ਵਿੱਚ ਸ਼ਾਇਦ ਅੰਮ੍ਰਿਤਪਾਲ ਵੀ ਸੀਗਾ, ਪਰ ਹੈਗਾ ਸੀ ਕਿ ਨਹੀਂ ਸੀ, ਇਹ ਗੱਲ ਤੇ ਸਾਨੂੰ ਪੁਲਿਸ ਨੇ ਦੱਸਣੀ ਹੈ। ਹੁਣ ਇਹ ਪੁਲਿਸ ਹਜੇ ਤੱਕ ਕਲੀਅਰ ਨਹੀਂ ਕਰ ਰਹੀ ਕਿ ਅੰਮ੍ਰਿਤਪਾਲ ਨੂੰ ਫੜਿਆ ਜਾਂ ਨਹੀਂ ਫੜਿਆ। ਕਲੀਅਰ ਨਹੀਂ ਫੜਨ ਦੀ ਤੇ ਕਰ ਰਹੀ ਹੈ, ਪਰ ਫੜਨ ਦੀ ਨਹੀਂ ਕਰ ਰਹੀ। ਔਰ ਇਸ ਦੌਰਾਨ ਹੀ ਹਾਈ ਕੋਰਟ ਦੇ ਵਿੱਚ ਵੀ ਇੱਕ ਅਪੀਲ ਪੈ ਜਾਂਦੀ ਹੈ। ਜਿਹੜੇ ਅੰਮ੍ਰਿਤਪਾਲ ਉਹਨਾਂ ਦੇ ਵਕੀਲ ਨੇ ਇਮਰਾਨ ਸਿੰਘ ਖਾਰਾ, ਉਹ ਹੈਬੀਅਸ ਕਾਰਪਸ ਦੀ ਇੱਕ ਅਪੀਲ ਪਾਉਂਦੇ ਨੇ ਜੱਜ ਸਾਹਿਬ ਦੇ ਘਰ ਜਾ ਕੇ, NS ਸ਼ੇਖਾਵਤ ਸਾਹਿਬ ਦੀ। ਸੰਡੇ ਦਾ ਦਿਨ ਹੁੰਦਾ ਹੈ, ਜੱਜ ਸਾਹਿਬ ਦੀ ਕੁੰਡੀ ਖੜਕਾਈ ਜਾਂਦੀ ਹੈ ਕਿ ਜੱਜ ਸਾਹਿਬ ਸੁਣੋ, ਅੰਮ੍ਰਿਤਪਾਲ ਕਿੱਥੇ ਹੈਗਾ, ਇਹ ਪੰਜਾਬ ਸਰਕਾਰ ਤੋਂ ਪੁੱਛਿਆ ਜਾਏ। ਜੱਜ ਸਾਹਿਬ ਨੋਟਿਸ ਤੇ ਦੇ ਦਿੰਦੇ ਨੇ ਪੰਜਾਬ ਸਰਕਾਰ ਨੂੰ ਕਿ ਵੀ ਅੰਮ੍ਰਿਤਪਾਲ ਕਿੱਥੇ ਹੈਗਾ, ਦੱਸਿਆ ਜਾਏ, ਪਰ ਉਹ ਵਾਰੰਟ ਆਫੀਸਰ ਨਿਯੁਕਤ ਕਰਨ ਤੋਂ ਇਨਕਾਰ ਕਰ ਦਿੰਦੇ ਨੇ, ਜਿਹਦੇ ਰਾਹੀਂ ਮਹਿਤਪੁਰ ਥਾਣੇ ਦੇ ਵਿੱਚ ਜਾ ਕੇ ਜਾਂ ਉਹ तमाम ਕਨਵੋਏ ਜਿੱਥੇ ਜਿੱਥੇ ਗਿਆ ਸੀਗਾ ਉੱਥੇ ਸਪੌਟ ਤੇ ਜਾ ਕੇ ਵਾਰੰਟ ਆਫੀਸਰ ਪੁੱਛੇ ਕਿ ਅੰਮ੍ਰਿਤਪਾਲ ਕਿੱਥੇ ਹੈ। ਹੁਣ ਇਸ ਮੁੱਦੇ ਦੇ ਉੱਤੇ ਵੀ ਕੋਰਟਾਂ ਦੇ ਵਿੱਚ ਵੀ ਲੜਾਈ ਚੱਲੇਗੀ, ਔਰ ਸਰਕਾਰ ਕਦ ਇਹ ਗੱਲ ਕਲੀਅਰ ਕਰ ਰਹੀ ਹੈ। ਜਲੰਧਰ ਦੇ ਵਿੱਚ ਕੱਲ ਫਲੈਗ ਮਾਰਚ ਕਰਦੀ ਸੀਗੀ ਪੈਰਾਮਿਲਟਰੀ ਫੋਰਸ, ਔਰ ਪੈਰਾਮਿਲਟਰੀ ਫੋਰਸ ਦੇ ਫਲੈਗ ਮਾਰਚ ਦੇ ਰਾਹੀਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਤੇ ਪੈਦਾ ਹੋਇਆ ਸੀ। ਉਹ ਮਹਿਤਪੁਰ ਜਿੱਥੇ ਇਹ ਸਾਰੀ ਚੀਜ਼ਾਂ ਹੋਈ ਸੀ ਉੱਥੇ ਬਾਜ਼ਾਰ ਤੇ ਖੁੱਲੇ ਪਰ ਗਾਹਕ ਕੋਈ ਨਹੀਂ ਸੀਗਾ। ਇਹ ਦਹਿਸ਼ਤ ਦਾ ਮਾਹੌਲ, ਇੰਟਰਨੈਟ ਬੰਦ, ਲੋਕਾਂ ਨੂੰ ਹੋਣ ਵਾਲੀ ਤਕਲੀਫਾਂ, ਇਹਦਾ ਹੱਲ ਛੇਤੀ ਤੋਂ ਛੇਤੀ ਜੇ ਨਹੀਂ ਕੱਢਿਆ ਜਾਂਦਾ ਤੇ ਫਿਰ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਲੋਕਾਂ ਨੂੰ ਵੀ ਸਫਰ ਕਰਨਾ ਪਏਗਾ। ਹੁਣ ਸਰਕਾਰ ਦਾ ਕੀ ਰੁਖ ਹੁੰਦਾ ਹੈ, ਪੰਜਾਬ ਪੁਲਿਸ ਕਦੋਂ ਇਹ ਸਾਰੀ ਗੱਲਾਂ ਨੂੰ ਕਲੀਅਰ ਕਰਦੀ ਹੈ, ਇਹ ਤੇ ਉਹੀ ਜਾਣ। ਇੰਦਰਪ੍ਰੀਤ ਜੀ, ਪੰਜਾਬ ਪੁਲਿਸ ਦੀ ਥਿਊਰੀ ਨੂੰ ਲੋਕ ਵੱਖ-ਵੱਖ ਤਰੀਕੇ ਨਾਲ ਵਿਅੰਗ ਨਾਲ ਵੀ ਵੇਖ ਰਹੇ ਆ। ਜਦੋਂ ਅੰਮ੍ਰਿਤਪਾਲ ਦੇ ਚਾਚਾ ਇੰਨੀ ਵਰਦੀ ਅੱਗ ਦੇ ਵਿੱਚ, ਵਰਦੀ ਹਨੇਰੀ ਚ, ਜਿੱਥੇ 4 ਸਵੇਰੇ ਪੁਲਿਸ ਸੀ, ਤੇ ਉੱਥੇ ਉਹ 2 ਦਿਨ ਬਾਅਦ ਸਰੈਂਡਰ ਕਰਨ ਦੀ ਗੱਲ ਇਹ ਵੀ ਵਿਅੰਗ ਦੇ ਵਿੱਚ ਲਈ ਜਾ ਰਹੀ ਹੈ। ਉਹਦਾ ਇਸ ਤਰੀਕੇ ਨਾਲ ਪ੍ਰੈਸ ਨੂੰ ਫੋਨ ਕਰਕੇ ਇੰਟਰਵਿਊ ਦੇਣਾ, ਇਹਨੂੰ ਵੀ ਐਵੇਂ ਹੀ ਦੇਖਿਆ ਜਾ ਰਿਹਾ ਕਿ ਸਾਰੀਆਂ ਚੀਜ਼ਾਂ ਕੀ ਅਸਲੀਅਤ ਵਿੱਚ ਨੇ। ਦੂਜਾ ਮਾਮਲਾ ਇਹਦੇ ਚ ਕਿ ਹੁਣ ਵੱਖ-ਵੱਖ ਤਰ੍ਹਾਂ ਦੀਆਂ ਰਿਪੋਰਟਸ ਪ੍ਰਕਾਸ਼ਿਤ ਹੋ ਰਹੀਆਂ ਨੇ ਕਿ ਇੱਕ ਵਿਅਕਤੀ ਜਿਹੜਾ ਆਪਣੇ ਘਰ ਦੇ ਵਿੱਚੋਂ ਹੀ ਸਾਰੀ ਮੂਵਮੈਂਟ ਚਲਾ ਰਿਹਾ ਸੀ, ਜਿਹੜਾ ਕਿਤੇ ਵੀ ਕੋਈ ਛੁਪਿਆ ਹੋਇਆ ਨਹੀਂ ਸੀ, ਜੇ ਉਹਦੇ ਬਾਰੇ ਇੰਨੀ ਜਾਣਕਾਰੀ ਸੀ ਤਾਂ ਇੰਨਾ ਟਾਲਿਆ ਕਿਉਂ ਗਿਆ ਇਹ ਆਪਰੇਸ਼ਨ? ਜੇ ਉਹ ਇੰਨਾ ਹੀ ਖਤਰਨਾਕ ਸੀ, ਇਸ ਹੱਦ ਤੱਕ ਉਹ ਜਾ ਰਿਹਾ ਸੀਗਾ, ਤੇ ਫਿਰ ਆਖਰ ਇਹ ਮੌਕੇ ਕਿਉਂ ਚੁਣੇ ਗਏ? ਹਾਲਾਂਕਿ ਇੱਕ ਹੋਰ ਰਿਪੋਰਟ ਇਹਦੇ ਵਿੱਚ ਜ਼ਿਕਰ ਕਰਦੀ ਹੈ ਕਿਉਂਕਿ ਅਗਲੇ ਪਾਸੇ ਖਾਲਸਾ ਵਹੀਰ 19 ਤਰੀਕ ਤੋਂ ਪ੍ਰਸਤਾਵਿਤ ਸੀ ਮੁਕਤਸਰ ਸਾਹਿਬ ਤੋਂ, ਤੇ ਜੇ ਖਾਲਸਾ ਵਹੀਰ ਸ਼ੁਰੂ ਹੋ ਜਾਂਦੀ ਤੇ 19 ਵਿਸ਼ਾਲ ਸੰਗਤ ਦੇ ਵਿੱਚੋਂ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਬਹੁਤ ਔਖਾ ਸੀ। ਤੇ ਜੇ ਇਹ ਵਹੀਰ ਕਈ ਦਿਨਾਂ ਤੱਕ ਜਾਂ ਕਈ ਮਹੀਨਿਆਂ ਤੱਕ ਚੱਲ ਜਾਂਦੀ, ਇਸ ਦੌਰਾਨ ਉਡੀਕਣਾ ਬਹੁਤ ਔਖਾ ਸੀ। ਇਹ ਵੀ ਜ਼ਿਕਰ ਹੋ ਰਿਹਾ ਕਿ ਕਈ ਦੌਰ ਦੀਆਂ ਮੀਟਿੰਗਸ ਹੋਈਆਂ ਔਰ ਉਹਦੇ ਵਿੱਚ ਸਾਰੇ ਅਧਿਕਾਰੀ ਤੇ ਵੱਖ-ਵੱਖ ਤਰ੍ਹਾਂ ਦੀਆਂ ਏਜੰਸੀਆਂ ਦੇ ਲੋਕ ਸ਼ਾਮਲ ਸੀ, ਜਿਹੜੇ ਲਗਭਗ ਪਿਛਲੇ ਕਈ ਦਿਨਾਂ ਤੋਂ ਇਹ ਪਲਾਨ ਕਰ ਰਹੇ ਸੀ ਕਿ ਕਦੋਂ ਇਹ ਕਾਰਵਾਈ ਕੀਤੀ ਜਾਣੀ ਹੈ। ਪਰ ਫਿਰ ਵੀ ਇੱਕ ਸਵਾਲ ਜ਼ਰੂਰ ਉੱਠਦਾ ਰਹਿੰਦਾ ਸਮਾਨਾਂਤਰ ਕਿ ਇਹ ਕਾਰਵਾਈ ਉਸ ਕਾਫਲੇ ਨੂੰ ਜੱਲੂਪੁਰ ਖੇੜਾ ਤੋਂ ਨਿਕਲਣ ਤੋਂ ਪਹਿਲਾਂ ਕਿਉਂ ਨਹੀਂ ਕਾਬੂ ਕੀਤਾ ਗਿਆ? ਤੁਸੀਂ ਜਦੋਂ 8:30 ਵਜੇ ਦੇ ਕਰੀਬ ਉਹ ਪਿੰਡ ਤੋਂ ਨਿਕਲਣਾ ਚਾਹ ਰਿਹਾ ਸੀ ਤੇ ਤੁਸੀਂ ਘੇਰਾਬੰਦੀ ਕਰਕੇ ਉਹਨੂੰ ਗ੍ਰਿਫਤਾਰ ਕਰ ਸਕਦੇ ਸੀ। ਜੇ ਏਜੰਡਾ ਕੋਈ ਹੋਰ ਹੈ ਤਾਂ ਉਹੀ ਏਜੰਡਾ ਵਧਾਇਆ ਜਾਊਗਾ ਅੱਗੇ। ਇਹਦੇ ਨਾਲ ਜਿਹੜੀ ਗੱਲ ਇੱਕ ਬਿਜ਼ਨਸਮੈਨ ਦੀ ਕੀਤੀ ਆ ਦਲਜੀਤ ਕਲਸੀ ਦੀ, ਭਾਸਕਰ ਸਾਹਿਬ ਨੇ, ਦਲਜੀਤ ਕਲਸੀ ਦੀਪ ਸਿੱਧੂ ਦੇ ਨਾਲ ਵੀ ਨਜ਼ਰ ਆਉਂਦੇ ਰਹੇ। ਦਲਜੀਤ ਕਲਸੀ ਫਿਲਮਾਂ ਦੇ ਪ੍ਰੋਡਿਊਸਰ ਨੇ, ਉਹ ਕਾਫੀ ਕਲਾਕਾਰਾਂ ਦੇ ਨਾਲ ਵੀ ਜੁੜੇ ਹੋਇਆ, ਤੇ ਉਹਦੀ ਗ੍ਰਿਫਤਾਰੀ ਤੇ 35 ਕਰੋੜ ਦਾ ਜ਼ਿਕਰ, ਜਿਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਆਪਣੇ ਤੱਥ ਨਹੀਂ ਹੈ, ਅਖਬਾਰ ਤੋਂ ਚੱਕੇ ਹੋਏ ਆ। ਸੋ ਇੰਦਰਪ੍ਰੀਤ ਜੀ, ਸਾਰੇ ਘਟਨਾਕ੍ਰਮ ਨੂੰ ਇੱਕ ਵਾਰੀ ਤੁਸੀਂ ਵੀ ਅੱਗੇ ਵਧਾਓ।
ਰੰਧਾਵਾ ਸਾਹਿਬ, ਇਸ ਇਸ਼ੂ ਦੇ ਉੱਤੇ ਮੈਨੂੰ ਨਾ ਇੱਕ ਚੀਜ਼ ਜਿਹੜੀ ਨਜ਼ਰ ਆ ਰਹੀ ਹੈ ਨਾ, ਉਹ ਹੈਗਾ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਨੂੰ ਦੋ ਥਿਉਰੀਆਂ ਨੇ ਇਹਦੇ ਵਿੱਚ। ਇੱਕ ਤਾਂ ਇਹ ਕਿ ਜਿਹੜੀ ਪਹਿਲਾਂ ਇਸ ਐਪੀਸੋਡ ਤੋਂ ਪਹਿਲਾਂ ਦੀ ਜਿਹੜੀ ਗੱਲ ਸੀਗੀ ਉਹ ਸੀ, ਸਾਰੇ ਬਹੁਤੇ ਬੰਦੇ ਇਹ ਵੀ ਕਹਿੰਦੇ ਸੀ ਕਿ ਜੀ ਇਹ ਰੌ ਦਾ ਏਜੰਟ ਹੈ ਜੀ, ਫਲਾਣਾ ਹੈ ਜੀ, ਟਮਕਾਣਾ ਹੈ ਜੀ, ਉਹਨਾਂ ਨੇ ਪਲਾਨ ਕੀਤਾ ਹੈ। ਬਹੁਤ ਸਾਰੇ ਬੰਦੇ ISI ਨਾਲ। ਲੇਕਿਨ ਹੁਣ ਜਿਹੜਾ ਕੱਲ ਦਾ ਤੁਸੀਂ ਦੇਖੋ ਨੈਰੇਟਿਵ ਜਿਹੜਾ ਇਹ ਹੋਇਆ, ਉਸ ਤੋਂ ਪੂਰਾ ਅਖਬਾਰਾਂ ਦੀ ਮੈਂ ਰਿਪੋਰਟਾਂ ਦੇ ਅਨੁਸਾਰ ਕਹਿ ਰਿਹਾ ਕਿ ਜੋ ਮੈਨੂੰ ਲੱਗਿਆ ਅਖਬਾਰਾਂ ਦੀ ਰਿਪੋਰਟਾਂ ਪੜ੍ਹ ਕੇ ਐ ਲੱਗ ਰਿਹਾ ਜਿਵੇਂ ਕੱਲ ਸਾਰਾ ਹੀ ਏਜੰਡਾ ਇਸ ਗੱਲ ਤੇ ਸੀ ਕਿ ਕਿਵੇਂ ਉਹਨੂੰ ISI ਦਾ ਏਜੰਟ ਸਾਬਿਤ ਕੀਤਾ ਜਾਏ। ਜਿਵੇਂ ਉਹਦੇ ਚ ਤੁਸੀਂ ਦੇਖੋ, ਭਾਸਕਰ ਸਾਹਿਬ ਜ਼ਿਕਰ ਕਰ ਹੀ ਚੁੱਕਿਆ ਹੈ ਕਿ ਜਾਰਜੀਆ ਦੇ ਵਿੱਚ ਟ੍ਰੇਨਿੰਗ ਕਰਾਈ ISI ਨੇ, ਹਥਿਆਰ ਉਹਦੇ ਕੋਲ ਮਿਲੇ, AKF ਦੀ ਜ਼ਿਕਰ, ਪ੍ਰਾਈਵੇਟ ਆਰਮੀ ਦਾ ਜ਼ਿਕਰ, ਇਹ ਸਾਰੀਆਂ ਚੀਜ਼ਾਂ ਉਹ ਨੇ। ਜਦੋਂ ਅਸੀਂ ਕਿਸੇ ਵੀ ਵਿਅਕਤੀ ਨੂੰ ਇਲੀਮੀਨੇਟ ਕਰਨਾ ਹੁੰਦਾ ਹੈ, ਉਦੋਂ ਅਸੀਂ ਕੋਈ ਟੈਗਿੰਗ ਕਰਦੇ ਹਾਂ, ਉਹਦੀ ਇੱਕ ਟੈਗ ਕਰਕੇ ਤਾਂ ਹੀ ਸਾਨੂੰ ਇੱਕ ਸਮਾਜ ਦੀ ਜਾਂ ਪੁਲਿਸ ਦੀ ਜਾਂ ਸਰਕਾਰ ਦੀ ਇੱਕ ਸਵੀਕ੍ਰਿਤੀ ਮਿਲ ਜਾਂਦੀ ਹੈ ਕਿ ਹਾਂ ਇਹਨੂੰ ਕਰ ਦੋ। ਇੱਕ ਮੂਕ ਸਵੀਕ੍ਰਿਤੀ ਹੁੰਦੀ ਹੈ ਜਿਹਨੂੰ ਤੁਸੀਂ ਪਹਿਲਾਂ ਦੇਖਿਆ ਹੋਣਾ, ਬਹੁਤ ਸਾਰੇ ਬੰਦੇ ਬਹੁਤ ਸਾਲਾਂ ਬੱਧੀ ਜੇਲ੍ਹਾਂ ਦੇ ਵਿੱਚ ਇਸ ਕਰਕੇ ਭੇਜਦੇ ਕਿ ਅਰਬਨ ਨਕਸਲ ਨੇ ਜੀ। ਇਹ ਹੁਣ ਇਹ ਕਿਵੇਂ ਹੋਏਗਾ ਸਟੈਬਲਿਸ਼? ਤਾਂ ਹਜੇ ਤੱਕ ਕੁਝ ਨਹੀਂ ਹੋਇਆ, ਨਾ ਹੀ ਉਹਨਾਂ ਨੂੰ ਕੋਈ ਜੇਲ੍ਹ ਹੋਈ ਹੈ, ਹਜੇ ਤੱਕ ਵੀ ਉਹ ਬੰਦੇ ਅੰਦਰ ਹੀ ਨੇ। ਬਹੁਤ ਸਾਰੇ ਬੰਦੇ ਇਸੇ ਤਰ੍ਹਾਂ ਦੇ PFI ਦੇ ਤੁਸੀਂ ਦੇਖਿਆ ਹੋਣਾ ਕਿਵੇਂ ਉਹਨਾਂ ਨੇ ਪੂਰੇ ਅੰਟਾਇਰ ਕੰਟਰੀ ਦੇ ਵਿੱਚ ਜਦੋਂ ਇਹ ਕੀਤੇ ਸੀਗੇ, ਛਾਪੇਮਾਰੀ ਕਰਕੇ ਸਾਰਿਆਂ ਨੂੰ ਨਸ਼ਟ ਕੀਤਾ, ਤਾਂ ਉਹ ਵੀ ਇਸੇ ਤਰ੍ਹਾਂ ਦਾ ਹੀ ਪਾਰਟ ਸੀ। ਮੈਨੂੰ ਇਹ ਵਾਲਾ ਵੀ ਉਸੇ ਤਰ੍ਹਾਂ ਦਾ ਹੀ ਪਾਰਟ ਲੱਗਦਾ ਕਿ ਹਜੇ ਤੱਕ ਅੰਮ੍ਰਿਤਪਾਲ ਸਿੰਘ ਜਿਹੜਾ ਹੈ ਉਹ ਖਾਲਸਾ ਵਹੀਰ ਨਸ਼ਿਆਂ ਨੂੰ ਲੈ ਕੇ ਹੀ ਚਲਾਉਣ ਦੀ ਉਸ 'ਚ ਸੀ। ਠੀਕ ਹੈ, 2-3 ਇਸ਼ੂਜ਼ ਉਹਦਾ ਖਾਲਿਸਤਾਨ ਦੇ ਸਟੇਟਮੈਂਟਾਂ ਵੀ ਆਈਆਂ, ਜਾਂ ਗੁਰਦੁਆਰੇ ਦੇ ਵਿੱਚ ਕੁਰਸੀਆਂ ਕਿਵੇਂ ਰੱਖੀਆਂ ਜਾਣੀਆਂ, ਨਹੀਂ ਰੱਖੀਆਂ ਜਾਣੀਆਂ, ਇਸ ਤਰ੍ਹਾਂ ਦੀਆਂ ਵੀ ਆਈਆਂ। ਪਰ ਮੇਨਲੀ ਉਹ ਖਾਲਸਾ ਵਹੀਰ ਚਲਾਉਣ ਦੀ ਉਹ ਗੱਲ ਕਰ ਰਿਹਾ ਸੀ, ਜਿਹੜੀ ਨਸ਼ਿਆਂ ਨੂੰ ਲੈ ਕੇ ਇੱਕ ਮੂਵ। ਹੁਣ ਇਹਦੇ ਵਿੱਚ ਉਹਦਾ ਵੀ ਦੇਖੋ, ਜਦੋਂ ਤੁਸੀਂ ਇੱਕ ਅਖਬਾਰ ਨੇ ਲਿਖਿਆ ਕਿ ਇਸ ਤੋਂ ਡਰੱਗਸ ਵੀ ਮਿਲੀ ਹੈ, ਡਰੱਗਸ ਦੇ ਰੈਕਟਸ ਨਾਲ ਵੀ ਇਹਦਾ ਸੰਬੰਧ ਸੀ। ਇਹ ਜਿਹੜੀ ਉਹਦੀ ਮਤਲਬ ਅਸਲੀ ਕੰਮ ਸੀ ਉਹਨੂੰ ਵੀ ਖਤਮ ਕਰਨ ਦਾ ਇੱਕ ਤੁਸੀਂ ਦੇਖੋਗੇ ਕਿ ਇੱਕ ਪੁਆਇੰਟ ਰੱਖਿਆ ਇਹਦੇ ਵਿੱਚ, ਤਾਂ ਕਿ ਇਹ ਵੀ ਨਾ ਜਾਏ ਲੋਕਾਂ ਦੇ ਵਿੱਚ ਵੀ ਨਹੀਂ ਜੀ ਇਹ ਤਾਂ ਬਹੁਤ ਵਧੀਆ ਬੰਦਾ ਸੀ ਤੇ ਇਹ ਲੋਕਾਂ ਨੂੰ ਨਸ਼ੇ ਛੁਡਾ ਰਿਹਾ ਸੀ, ਤੁਸੀਂ ਇਸੇ ਨੂੰ ਹੀ ਬੰਦ ਕਰਤਾ, ਇਸ ਤਰ੍ਹਾਂ ਦਾ। ਸੋ ਇਹ ਸਾਰੀ ਚੀਜ਼ ਤੋਂ ਮੈਨੂੰ ਇਹ ਲੱਗ ਰਿਹਾ ਹੈ ਕਿ ਇੱਕ ਪੈਰਲਰ ਕੰਮ ਹੋ ਰਹੇ ਨੇ, ਜੋ ਪਹਿਲਾਂ ਉਹਦੇ ਉਲਟਾ ਸੀ, ਜਿਸ ਤੇ ਸਰਕਾਰ ਦੇ ਉੱਤੇ, ਪ੍ਰੈਜ਼ੀਡੈਂਟ ਸਰਕਾਰ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ, ਹੁਣ ਉਹਨੂੰ ਬਿਲਕੁਲ ਦੂਸਰੇ ਪਾਸੇ ਲੈ ਕੇ ਗਏ ਹੈ। ਜਿਹੜਾ ਇਹ ਵੀ ਗੱਲ ਭਾਸਕਰ ਸਰ ਨੇ ਕੀਤੀ ਹੈ ਕਿ ਡਿਬਰੂਗੜ੍ਹ ਲੈ ਜਾਇਆ ਗਿਆ, ਇਹਦੀ ਮੈਨੂੰ ਤਾਂ ਕੋਈ ਉਹ ਨਜ਼ਰ ਨਹੀਂ ਆਈ ਕਿ ਕਿੰਨੇ ਕੁ ਵੱਡੇ ਇਹ ਲੋਕ ਸੀ ਜਾਂ ਕਿੰਨੇ ਕੁ ਖਤਰਨਾਕ ਇਹ ਲੋਕ ਸੀ ਕਿ ਤੁਸੀਂ ਇੰਨੀ ਦੂਰ ਸਪੈਸ਼ਲ 에ਅਰਫੋਰਸ ਦਾ ਜਹਾਜ਼ ਲੈ ਕੇ ਉਹਨਾਂ ਨੂੰ ਉੱਥੇ ਲੈ ਕੇ ਜਾ ਰਹੇ ਹੋ। ਇਹ ਨਹੀਂ ਤੁਹਾਨੂੰ ਲੱਗ ਰਿਹਾ? ਮੈਨੂੰ ਤਾਂ ਇਹ ਲੱਗ ਰਿਹਾ ਹੈ ਕਿ ਇਹ ਇੱਕ ਜਿਵੇਂ ਬਹੁਤ ਛੋਟੀ ਚੀਜ਼ ਨੂੰ ਬਹੁਤ ਵੱਡੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਔਰ ਪੂਰੇ ਕੰਟਰੀ ਦੇ ਸਾਹਮਣੇ ਰੱਖਿਆ ਜਾ ਰਿਹਾ ਵੀ ਬਹੁਤ ਖਤਰਨਾਕ ਹੋਣ ਜਾ ਰਿਹਾ ਸੀ। ਪੰਜਾਬ ਤਾਂ ਪਤਾ ਨਹੀਂ ਫਿਰ ਕੀ ਹੋ ਗਿਆ ਸੀ, ਪੰਜਾਬ ਨੂੰ ਟੁੱਟ ਸਕਦਾ ਸੀ ਪੰਜਾਬ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ। ਮੈਨੂੰ ਇਹ ਲੱਗ ਰਿਹਾ ਕਿ ਇਹ ਕਿਤੇ ਨਾ ਕਿਤੇ ਇਹਦੇ 'ਚ ਬਹੁਤ ਫਲॉज ਨੇ। ਹਜੇ ਚੀਜ਼ਾਂ ਛਣ ਕੇ ਬਾਹਰ ਆਉਣਗੀਆਂ ਹੌਲੀ ਹੌਲੀ, ਕਿਉਂਕਿ ਦੇਖੋ ਕੱਲ ਦਾ ਤੁਸੀਂ ਜੇ ਅਖਬਾਰਾਂ ਦੀ ਇੱਕੋ ਦੇਖੋ, ਇੱਕ ਬਹੁਤ ਸੈੱਟ ਪੈਟਰਨ ਤੇ ਹਰ ਅਖਬਾਰ ਨੇ ਇੱਕ ਚੀਜ਼ ਹੀ ਛਾਪੀ ਹੈ ਜੀ, ਉਹ ਮਤਲਬ ਕਿ ISI ਦਾ ਏਜੰਟ ਸੀ, ਜਦਕਿ ਸਰਕਾਰ ਤਾਂ ਹਜੇ ਮਤਲਬ ਕੋਈ ਕਲੀਅਰ ਕਰ ਹੀ ਨਹੀਂ ਰਹੀ। ਨਾ DGP ਸਾਹਿਬ ਅਜੇ ਤੱਕ ਸਾਹਮਣੇ ਆਏ ਨੇ ਕਿ ਬਈ ਤੁਸੀਂ ਦੱਸੋ ਤਾਂ ਸਹੀ ਵੀ ਕੀ ਸੀ ਉਹਦੇ ਖਿਲਾਫ, ਹਜੇ ਤੱਕ ਇਦਾਂ ਦੀ ਚੀਜ਼ਾਂ ਨਹੀਂ ਆਈਆਂ। ਲੇਕਿਨ ਸਾਰੇ ਅਖਬਾਰਾਂ ਨੇ ਇੱਕ ਪੈਟਰਨ ਦੇ ਆਧਾਰ ਤੇ ਖਬਰਾਂ ਛਾਪੀਆਂ ਨੇ। ਮੈਨੂੰ ਲੱਗਦਾ ਕਿ ਇਹ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ ਜਾਂ ਪਲਾਂਟ ਵੀ ਹੋ ਸਕਦੀਆਂ ਇਹ ਚੀਜ਼ਾਂ। ਅਜੇ ਤੱਕ ਗਵਰਨਮੈਂਟ ਨੇ ਕੋਈ ਆਖਰੀ ਅੱਖਰ ਨਹੀਂ ਕਿਹਾ ਕਿ ਅੰਮ੍ਰਿਤਪਾਲ ਦੇ ਖਿਲਾਫ ਕਿਹੜੀ FIR ਕੀਤੀ ਗਈ ਹੈ ਉਹਦੇ ਖਿਲਾਫ। ਹਾਂ, ਹੁਣ ਹਾਈ ਕੋਰਟ ਦੇ ਵਿੱਚ ਜਦੋਂ ਹੈਬੀਅਸ ਕਾਰਪਸ ਹੈ, ਜਦੋਂ ਪਟੀਸ਼ਨ ਪਈ ਆ, ਉਦੋਂ ਸ਼ਾਇਦ ਸਰਕਾਰ ਕੋਈ ਜਵਾਬ ਦੇਵੇ, ਉਹਦੀ ਉਡੀਕ ਰਹੂਗੀ। ਪਰ ਆਮ ਤੌਰ ਤੇ ਮੰਨਿਆ ਜਾਂਦਾ ਕਿ ਜਦੋਂ ਕਿਸੇ ਦੂਜੀ ਸਟੇਟ ਦੇ ਵਿੱਚ ਲੋਕਾਂ ਨੂੰ ਸ਼ਿਫਟ ਕੀਤਾ ਜਾਂਦਾ ਹੈ ਤੇ ਉਹਦਾ ਆਧਾਰ NSA ਵਰਗੇ ਇਸ ਤਰ੍ਹਾਂ ਦੀ ਕੋਈ ਧਾਰਾ ਲੱਗਦੀ ਹੈ। ਵੈਸੇ ਮੈਂ ਦੋਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹੈ, ਮੇਰੀ ਸਮਝ ਸ਼ਾਇਦ ਉਨੀ ਨਾ ਪਰਪੱਕ ਹੋਵੇ, ਕਿ ਅੰਮ੍ਰਿਤਪਾਲ ਸਿੰਘ ਨੂੰ ਸਤੰਬਰ ਔਨਵਰਡ 6 ਮਹੀਨਿਆਂ 'ਚ ਏਡਾ ਵੱਡਾ ਕਰ ਵੀ ਕਿੱਦਾਂ ਦਿੱਤਾ ਗਿਆ? ਜਿਸ ਤਰੀਕੇ ਨਾਲ ਸਪਟੈਂਬਰ ਦੇ ਵਿੱਚ ਅੰਮ੍ਰਿਤਪਾਲ ਦੀ ਐਂਟਰੀ ਹੁੰਦੀ ਹੈ, ਉਸ ਤੋਂ ਬਾਅਦ ਕੋਰੋਨੇਸ਼ਨ ਹੁੰਦੀ ਹੈ। ਉਸ ਕੋਰੋਨੇਸ਼ਨ ਨੂੰ ਵੀ ਜਦ ਉਹ ਵਾਰਿਸ ਪੰਜਾਬ ਦਾ ਮੁਖੀ ਬਣਿਆ ਸੀ, ਤੁਹਾਨੂੰ ਯਾਦ ਹੋਏਗਾ, ਸਿੱਧਾ ਪ੍ਰਸਾਰਣ ਕਈ ਚੈਨਲਾਂ ਨੇ ਕੀਤਾ ਸੀਗਾ ਉਸ ਗੱਲ ਦਾ ਕਿ ਵੀ ਚਲੋ ਜੀ ਬਣ ਗਿਆ।
ਉਸ ਟਾਈਮ ਆਮ ਵਿਅਕਤੀਆਂ ਦੇ ਮਨਾਂ ਦੇ ਵਿੱਚ ਇੱਕੋ ਹੀ ਸਵਾਲ ਆਉਂਦਾ ਸੀ, ਇਹ ਅੰਮ੍ਰਿਤਪਾਲ ਹੈ ਕੌਣ। ਫਿਰ 3 ਮਹੀਨੇ 4 ਮਹੀਨੇ ਉਸ ਕੋਰੋਨੇਸ਼ਨ ਤੋਂ ਪਹਿਲੇ ਉਹ ਕਲੀਨ ਸ਼ੇਵ ਸੀਗਾ। ਅਚਾਨਕ ਹੀ ਉਹਨੇ ਇੱਕ ਇਸ ਤਰ੍ਹਾਂ ਦਾ ਰੂਪ ਧਾਰਨ ਕੀਤਾ ਜਿੱਦਾਂ ਪੰਜਾਬ ਦੇ ਵਿੱਚ ਉਹ ਖਾਲਿਸਤਾਨ ਦੀ ਮੂਵਮੈਂਟ ਦੁਬਾਰਾ ਸ਼ੁਰੂ ਹੋ ਰਹੀ ਹੈ। ਇਹਦਾ ਆਗਾਜ਼ ਸਾਰਿਆਂ ਨੂੰ ਸੀਗਾ। ਬਲੇਮ ਗੇਮ ਦੇ ਵਿੱਚ ਸਰਕਾਰਾਂ ਪਈਆਂ, ਲੋਕ ਗੱਲਾਂ ਕਰਦੇ ਸੀਗੇ, ਜਿਸ ਤਰ੍ਹਾਂ ਹੁਣ ਇੰਦਰਪ੍ਰੀਤ ਉਹਨਾਂ ਨੇ ਵੀ ਕਿਹਾ ਵੀ ਏਜੰਸੀਆਂ ਨੇ ਇਹਨੂੰ ਪ੍ਰਮੋਟ ਕੀਤਾ ਤਾਂ ਕਿ ਪੰਜਾਬ ਦੇ ਵਿੱਚ ਪਹਿਲੇ ਅਸ਼ਾਂਤੀ ਕ੍ਰੀਏਟ ਕੀਤੀ ਜਾਏ, ਬਾਅਦ ਚੋਂ ਖੁਦ ਹੀ ਉਹਨੂੰ ਕੰਟਰੋਲ ਕੀਤਾ ਜਾਏ ਔਰ ਇਹਦਾ ਸਿਆਸੀ ਲਾਹਾ ਕਿੱਦਾਂ ਲਿੱਤਾ ਜਾਏ। ਇਹ ਗੱਲਾਂ ਤੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਤੁਰਦੀ ਸੀ। ਜਾਖੜ ਸਾਹਿਬ ਨਾਲ ਮੇਰੀ ਇੱਕ ਵਾਰ ਗੱਲ ਹੋਈ ਸੀ ਇਸ ਮੁੱਦੇ ਤੇ ਕਿ ਆ ਜਿਹੜੇ ਅੰਮ੍ਰਿਤਪਾਲ ਨੂੰ ਚੜਾਇਆ ਜਾ ਰਿਹਾ ਇਹਦੇ ਪਿੱਛੇ ਕੌਣ ਨੇ। ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਤੇ ਨਹੀਂ ਕੀਤਾ, ਪਰ ਆਬਜੈਕਸ਼ਨ ਜ਼ਰੂਰ ਲਾਇਆ ਔਰ ਉਹ ਕਹਿੰਦੇ ਮੈਂ ਤੇ ਬਲਕਿ ਕਈ ਪ੍ਰੋਗਰਾਮਾਂ ਦੇ ਵਿੱਚ, ਕਈ ਆਪਣੀ ਸਟੇਟਮੈਂਟਾਂ ਦੇ ਵਿੱਚ ਇਸ ਗੱਲ ਨੂੰ ਕਹਿਣਾ ਕਿ ਇਹ ਜੋ ਕੁਝ ਹੋ ਰਿਹਾ ਗਲਤ ਹੋ ਰਿਹਾ ਹੈ। ਸੂਬੇ ਦੀ ਸਰਕਾਰ ਦੇ ਉੱਤੇ ਵੀ ਏਦਾਂ ਦੇ ਇਲਜ਼ਾਮ ਲੱਗੇ ਕਿ ਇਹਨੂੰ ਵੱਡਾ ਕਿਉਂ ਕੀਤਾ ਜਾ ਰਿਹਾ ਹੈ। ਅੱਜ ਅਗਰ ਤੁਸੀਂ ਦੇਖੋ ਕਿ ਅਖਬਾਰਾਂ ਦੇ ਵਿੱਚ ਲੱਗੀਆਂ ਹੋਈਆਂ ਰਿਪੋਰਟਾਂ ਦੇ ਵਿੱਚ ਕਿੰਨੀ ਖਤਰਨਾਕ ਗੱਲ ਨਿਕਲ ਕੇ ਆ ਰਹੀ ਹੈ। ਉਹ ਵਿਅਕਤੀ ਅੰਮ੍ਰਿਤਪਾਲ ਜਿਹਦਾ 6-7 ਮਹੀਨੇ ਦੇ ਵਿੱਚ ਹੀ ਇੱਕ ਤਰੀਕੇ ਨਾਲ ਇਸ ਤਰ੍ਹਾਂ ਦੀ ਪ੍ਰੋਜੈਕਸ਼ਨ ਹੋ ਜਾਂਦੀ ਹੈ ਕਿ ਹੁਣ ਸਿੱਖੀ ਦੀ ਰੱਖਿਆ ਕਰਨ ਵਾਸਤੇ ਜਾਂ ਸਿੱਖੀ ਦੇ ਪ੍ਰਚਾਰ ਕਰਨ ਵਾਸਤੇ ਜਾਂ ਨਸ਼ਿਆਂ ਨੂੰ ਰੋਕਣ ਵਾਸਤੇ ਇੱਕ ਅਵਤਾਰ ਜਿਹਾ ਆਇਆ ਔਰ ਉਸ ਅਵਤਾਰ ਨੂੰ ਅਚਾਨਕ ਹੀ ਵਿਲਨ ਵਾਲੀ ਇਮੇਜ ਵੀ ਦੇ ਦਿੱਤੀ ਜਾਂਦੀ ਹੈ। ਹੁਣ ਪਰਸੋਂ ਦਾ ਇਨਸੀਡੈਂਟ ਹੈ ਜਦ ਪੁਲਿਸ ਨੇ ਉਹਨੂੰ ਚੇਜ਼ ਕੀਤਾ। ਉਸ ਤੋਂ ਪਹਿਲੇ ਪੁਲਿਸ ਨੂੰ ਉਹਨੇ ਚੇਜ਼ ਕੀਤਾ ਸੀਗਾ ਜਦ ਉਹ ਅਜਨਾਲਾ ਦੇ ਵਿੱਚ ਉਹ ਪੂਰਾ ਤਾਮ-ਝਾਮ ਨਾਲ ਆਇਆ ਸੀਗਾ ਔਰ ਉਸ ਟਾਈਮ ਐਸਐਸਪੀ ਸਤਿੰਦਰ ਸਿੰਘ ਜਿਹੜੇ ਕੱਲ ਬਿਆਨ ਦੇ ਰਹੇ ਸੀਗੇ ਇਲੀਗਲ ਵੈਪਨ ਮਿਲੇ ਨੇ ਤੇ ਇਹਦੇ ਖਿਲਾਫ ਅਸੀਂ ਪੂਰੀ ਕਾਰਵਾਈ ਕਰਾਂਗੇ। ਇਹਨਾਂ ਨੇ ਕਿਹਾ ਸੀਗਾ ਕਿ ਉਹ ਜਿਹੜਾ ਲਵਪ੍ਰੀਤ ਹੈਗਾ ਜਿਹਨੂੰ ਫੜਿਆ ਸੀਗਾ ਅਜਨਾਲਾ ਪੁਲਿਸ ਨੇ ਉਹ ਬਿਲਕੁਲ ਬੇਕਸੂਰ ਆ, ਅਸੀਂ ਗਲਤੀ ਨਾਲ ਫੜਿਆ ਸੀ। ਔਰ ਉਸ ਸਟੇਟਮੈਂਟ ਦੇ ਰਾਹੀਂ ਏਦਾਂ ਲੱਗਦਾ ਸੀਗਾ ਕਿ ਜਿੱਦਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਵੀ ਤਾਲੀਬਾਨ ਨੇ ਐਸਐਸਪੀ ਸਾਹਿਬ ਨੂੰ ਇੱਕ ਤਰੀਕੇ ਨਾਲ ਘੇਰ ਲਿਆ ਹੋਏ ਔਰ ਉਸ ਘੇਰੇ ਦੇ ਵਿੱਚੋਂ ਇਹ ਸਟੇਟਮੈਂਟ ਦਿਲਵਾਈ ਗਈ ਹੋਏ। ਹੁਣ ਅੱਜ ਜਿਹੜੀ ਗੱਲਾਂ ਨਿਕਲ ਕੇ ਆ ਰਹੀ ਹੈ ਜਾਰਜੀਆ ਦੇ ਵਿੱਚ ISI ਦੀ ਟ੍ਰੇਨਿੰਗ, ਆਨੰਦਪੁਰ ਖਾਲਸਾ ਫੋਰਸ, ਉਹਦੇ ਲਿੰਕ ਸਿੱਖ ਫੋਰ ਜਸਟਿਸ ਸੀ, ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਨਾਲ ਵੀ ਸੀਗੀ। ਉਹਨੂੰ ਜਿਹੜੀ ਮਰਸੀਡੀਜ਼ ਗੱਡੀ ਦਿੱਤੀ ਸੀ ਉਹ ਰਵੇਲ ਸਿੰਘ ਨਾਮ ਦੇ ਵਿਅਕਤੀ ਨੇ ਦਿੱਤੀ ਸੀ ਜਿਹਦਾ ਸਿੱਧਾ ਕਨੈਕਸ਼ਨ ਡਰੱਗ ਰੈਕਟ ਨਾਲ ਵੀ ਹੈਗਾ। ਔਰ ਉਸ ਤੋਂ ਇਲਾਵਾ ਜਿਹੜੇ 4 ਏਡ ਨੇ ਪ੍ਰਧਾਨ ਮੰਤਰੀ ਹੋਏ ਜਾਂ ਫਿਰ ਜਿਹੜੇ ਕਿਹਾ ਜਾ ਰਿਹਾ ਕਿ ਉੱਥੇ ਭੇਜੇ ਨੇ ਡਿਬਰੂਗੜ੍ਹ, ਉਹਦੇ ਵਿੱਚੋਂ ਦਲਜੀਤ ਸਿੰਘ ਕਲਸੀ ਆ ਜਿਹੜੇ 35 ਕਰੋੜ ਵਾਲੇ, ਦੂਜਾ ਭਗਵੰਤ ਸਿੰਘ ਪ੍ਰਧਾਨ ਮੰਤਰੀ ਵੀ ਸ਼ਾਇਦ ਇਹਨਾਂ ਨੂੰ ਵੀ ਕਹਿੰਦੇ ਨੇ, ਔਰ ਗੁਰਮੀਤ ਸਿੰਘ ਔਰ ਇਹ ਜਿਹੜੇ ਲੋਕ ਨੇ ਇਹਨਾਂ ਵਾਸਤੇ 에ਅਰਫੋਰਸ ਦਾ ਜਹਾਜ਼ ਕੱਢ ਕੇ ਉੱਥੇ ਡਿਬਰੂਗੜ੍ਹ ਪਹੁੰਚਾਇਆ ਗਿਆ। ਔਰ ਡਿਬਰੂਗੜ੍ਹ ਕਿਉਂ ਭੇਜਿਆ ਗਿਆ? ਔਰ ਡਿਬਰੂਗੜ੍ਹ ਤੋਂ ਵੀ ਇਹ ਖਬਰਾਂ ਨਿਕਲ ਕੇ ਆ ਰਹੀਆਂ ਹਫ਼ਤੇ 10 ਦਿਨ ਪਹਿਲੇ ਉਸ ਜੇਲ੍ਹ ਦੀ ਸਿਕਿਉਰਿਟੀ ਦਾ ਇੱਕ ਇਨਸਪੈਕਸ਼ਨ ਹੋਇਆ ਸੀ ਕਿ ਇਹ ਜੇਲ੍ਹ ਕਿੰਨੀ ਕੁ ਸਿਕਿਉਰ ਹੈ। ਯਾਨੀ ਸਾਰੀ ਚੀਜ਼ਾਂ ਪ੍ਰੀ ਪਲਾਨਡ ਤਰੀਕੇ ਨਾਲ ਚੱਲ ਰਹੀਆਂ। ਇਹਦੇ ਇੰਡੀਕੇਸ਼ਨ ਵੀ ਨਾਲ ਦੇ ਨਾਲ ਹੀ ਨਿਕਲ ਕੇ ਆ ਰਹੇ ਹਨ। ਹੁਣ ਇਹਦੇ ਪਿੱਛੇ ਇੱਕ ਵਿਅਕਤੀ ਜੋ 6 ਮਹੀਨੇ ਪਹਿਲੇ ਆਇਆ ਉਹਨੂੰ ਇੰਨਾ ਵੱਡਾ ਕਰਤਾ ਔਰ ਉਹਨੂੰ ਹੀ ਹੁਣ ਡਿਫੇਮ ਕਰਨ ਵਾਸਤੇ ਇਦਾਂ ਦੀ ਜਿਹੜੀ ਸਟੇਟਮੈਂਟਸ ਕਹਿ ਲਓ ਜਾਂ ਇਨਵੈਸਟੀਗੇਸ਼ਨ ਕਹਿ ਲਓ। ਔਰ ਇਹ ਇਨਵੈਸਟੀਗੇਸ਼ਨ ਪਰਸੋਂ ਤੋਂ ਬਾਅਦ ਨਹੀਂ ਕੀਤੀ ਗਈ। ਇਹ ਇਨਵੈਸਟੀਗੇਸ਼ਨ ਅਗਰ ਸਹੀ ਹੈ ਤੇ ਪਹਿਲੇ ਹੀ ਕੀਤੀ ਗਈ ਸੀ, ਫਿਰ ਉਹਨੂੰ ਇੰਨਾ ਵੱਡਾ ਕਿਉਂ ਕੀਤਾ? ਜਦ ਕਿ ਪੰਜਾਬ ਪੁਲਿਸ ਨੂੰ ਵੀ ਕੇਂਦਰੀ ਏਜੰਸੀਆਂ ਨੂੰ ਵੀ ਇਹ ਸਾਰੀ ਗੱਲਾਂ ਦਾ ਪਤਾ ਸੀਗਾ। ਸਵਾਲ ਬਹੁਤ ਸਾਰੇ ਖੜੇ ਹੁੰਦੇ ਨੇ। ਸਵਾਲ ਸਿਰਫ ਖਬਰਾਂ ਦੇ ਛੱਪਣ ਨਾਲ ਖਤਮ ਨਹੀਂ ਹੋ ਜਾਂਦੇ, ਇੱਥੋਂ ਤੇ ਸਵਾਲ ਸ਼ੁਰੂ ਹੁੰਦੇ ਨੇ। ਇੰਦਰਪ੍ਰੀਤ ਜੀ, ਪੁਲਿਸ ਪਹਿਲਾਂ ਵੀ ਅਜਨਾਲੇ ਵਾਲੀ ਘਟਨਾ ਵਾਲੇ ਦਿਨ ਵੀ ਲਾਚਾਰ ਸੀ ਤੇ ਪੁਲਿਸ ਅੱਜ ਵੀ ਉਹੀ ਕਰ ਰਹੀ ਹੈ ਜੋ ਸਟੇਟ ਚਾਹੁੰਦੀ ਹੈ। ਇਹਦੇ 'ਚ ਪੋਲੀਟੀਕਲ ਐਂਗਲ ਮਿਸਿੰਗ ਆ, ਕੋਈ ਬੋਲ ਨਹੀਂ ਰਿਹਾ। ਅਸੀਂ ਅੱਗੇ ਵੀ ਗੱਲ ਕਰਦੇ ਰਹੇ ਹਾਂ। ਇਹਦੇ 'ਚ ਅਗਵਾਈ ਦੇ ਨਜ਼ਰੀਏ ਤੋਂ ਸਿਰਫ ਪੁਲਿਸ ਹੀ ਨਜ਼ਰ ਆ ਰਹੀ ਹੈ। ਜਿਸ ਤਰੀਕੇ ਨਾਲ ਪੰਜਾਬ ਦੇ ਮਾਹੌਲ ਨੂੰ ਦਿਖਾਇਆ ਜਾ ਰਿਹਾ, ਧਰਾਤਲ ਤੇ ਉਹ ਮਾਹੌਲ ਸੀਗਾ ਨਹੀਂ। ਇਹ ਬਹੁਤ ਛੋਟ-ਪੁੱਟ ਘਟਨਾਵਾਂ ਸੀ ਜਿਨ੍ਹਾਂ ਨੂੰ ਬਹੁਤ ਪਹਿਲਾਂ ਐਡਰੈਸ ਕਰ ਲੈਣਾ ਬਣਦਾ ਸੀ ਔਰ ਬਹੁਤ ਛੋਟੇ ਪੱਧਰ ਤੇ ਨਜਿੱਠੀਆਂ ਜਾਣ ਵਾਲੀਆਂ ਸੀ। ਇਹੀ ਤਾਂ ਰੌਲਾ ਸੀ ਕਿ ਤੁਸੀਂ ਵੱਡਾ ਕਿਉਂ ਕਰ ਰਹੇ ਹੋ, ਵੱਡਾ ਕਿਉਂ ਕਰ ਰਹੇ ਹੋ। ਤੇ ਜੇ ਸਟੇਟ ਵੱਡਾ ਕਰਨ 'ਚ ਅੱਜ ਵੀ ਯੋਗਦਾਨ ਪਾ ਰਹੀ ਹੈ, ਤੁਸੀਂ ਕੀ ਕਹੋਗੇ ਇਸ ਗੱਲ ਨੂੰ? ਆਖਰੀ ਲਫ਼ਜ਼ ਫਿਰ ਅਗਲੀ ਖਬਰ ਤੇ ਚੱਲਦੇ ਹਾਂ। ਰੰਧਾਵਾ ਸਾਹਿਬ, ਬਿਲਕੁਲ ਠੀਕ ਤੁਸੀਂ ਕਿਹਾ ਇਹ ਗੱਲ। ਮੈਂ ਕੱਲ ਵੀ ਇਹੀ ਗੱਲ ਕੀਤੀ ਸੀ ਕਿ CM ਸਾਹਿਬ ਨੂੰ ਲੀਡ ਲੈਣੀ ਚਾਹੀਦੀ ਹੈ, ਉਹਨਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਨਾ ਫੈਡਰਲਿਜ਼ਮ ਦੀਆਂ, ਤਾਂ ਉਹਦੇ 'ਚ ਬਹੁਤ ਵੱਧ ਚੜ ਕੇ ਬੋਲਦੇ ਆ ਇਹ ਕਿ ਜੀ ਐਗਰੀਕਲਚਰ ਸਾਡਾ ਹੈ, ਲਾਅ ਐਂਡ ਆਰਡਰ ਸਾਡਾ ਸਟੇਟ ਸਬਜੈਕਟ ਹੈ। ਪਰ ਉਹ ਨਜ਼ਰ ਵੀ ਤਾਂ ਆਏ ਕਿਤੇ ਕਿ ਹਾਂ ਸਟੇਟ ਉਸ ਤੇ ਕੰਮ ਕਰ ਰਹੀ ਹੈ, ਐਗਰੀਕਲਚਰ ਤੇ ਕੋਈ ਕੰਮ ਹੋ ਰਿਹਾ ਹੈ ਉਹ ਸਟੇਟ ਕਰ ਰਹੀ ਹੈ। ਜਾਂ ਜਦੋਂ ਗੱਲ ਹੁੰਦੀ ਹੈ ਫਿਰ ਕਹਿਣਗੇ ਸੈਂਟਰ ਗਵਰਨਮੈਂਟ ਕਰਨੇ। ਸੇਮ ਹੀ ਲਾਅ ਐਂਡ ਆਰਡਰ ਹੈ। ਲਾਅ ਐਂਡ ਆਰਡਰ ਦੇ ਉੱਤੇ ਪੰਜਾਬ ਕੋਲੇ ਇਸ ਟਾਈਮ 73,000 ਬੰਦਾ ਹੈ, ਮਤਲਬ ਪੁਲਿਸ ਦਾ ਹੈ ਪੰਜਾਬ ਕੋਲੇ, ਜੋ ਪਰ ਕੈਪੀਟਾ ਅਗਰ ਅਸੀਂ ਦੇਖਿਆ ਜਾਏ
ਜਦੋਂ ਅਸੀਂ ਇਹਨੂੰ ਲਗਾਉਂਦੇ ਹਾਂ ਵੀ ਕਿੰਨੇ 100 ਵਿਅਕਤੀਆਂ ਪਿੱਛੇ ਕਿੰਨੇ ਪੁਲਿਸ ਵਾਲੇ, ਉਹ ਪੰਜਾਬ ਜਿਹੜਾ ਹੈਗਾ ਸਭ ਤੋਂ ਹਾਈਐਸਟ ਹੈ। ਜੇ ਉਹ ਵੀ ਹੈਂਡਲ ਨਹੀਂ ਕਰ ਰਿਹਾ ਇਸ ਤਰ੍ਹਾਂ ਦੀਆਂ ਸਥਿਤੀਆਂ ਨੂੰ, ਪੰਜਾਬ ਦੀ ਪੁਲਿਸ ਹੈਂਡਲ ਨਹੀਂ ਕਰ ਰਹੀ ਹੈਗੀ, ਤਾਂ ਫਿਰ ਆਪਾਂ ਬਾਰ-ਬਾਰ ਸੈਂਟਰ ਫੋਰਸ ਮੰਗਵਾਵਾਂਗੇ ਜਾਂ ਉਹਨਾਂ ਦੀ ਸ਼ਰਨ 'ਚ ਜਾਵਾਂਗੇ, ਤਾਂ ਮੈਨੂੰ ਲੱਗਦਾ ਕਿ ਉਹ ਫਿਰ ਈਜ਼ੀਲੀ ਸਾਡੇ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਕੰਟਰੋਲ 'ਚ ਲੈ ਲੈਣਗੀਆਂ, ਤੇ ਫਿਰ ਅਸੀਂ ਕਹਿਣ ਜੋਗੇ ਬਿਲਕੁਲ ਨਹੀਂ ਰਵਾਂਗੇ ਕਿ ਜੀ ਇਹ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ, ਇਸ ਕਰਕੇ ਸਾਨੂੰ ਹੀ ਹੈਂਡਲ ਕਰਨ ਦਿਓ। ਮੈਨੂੰ ਇੱਥੇ ਲੱਗਦਾ ਕਿ ਇੱਥੇ ਇੱਕ ਕਮੀ ਹੈ, ਭਗਵੰਤ ਮਾਨ ਹੋਰਾਂ ਨੂੰ ਇਸ ਤੇ ਲੀਡ ਲੈਣੀ ਚਾਹੀਦੀ ਸੀ, ਜੋ ਮੈਂ ਕੱਲ ਵੀ ਕਿਹਾ ਸੀ ਕਿ ਉਹਨਾਂ ਨੇ ਨਹੀਂ ਲਿੱਤੀ, ਔਰ ਅੱਜ ਦੂਸਰਾ ਦਿਨ ਵੀ ਕੱਲ ਵਾਲਾ ਦਿਨ ਵੀ ਸਾਰਾ ਬੀਤ ਗਿਆ ਉਹਨਾਂ ਦਾ, ਕਿ ਉਹਨਾਂ ਦੀ ਕਿਸੇ ਵੀ ਹੋਰ ਮਿਨਿਸਟਰ ਦਾ ਵੀ ਨਹੀਂ ਆਇਆ, ਸਿਰਫ ਇੱਕ ਫਸਟ ਡੇ ਉਹ ਵੀ ਜਿਹੜੇ ਹੈਲਥ ਮਿਨਿਸਟਰ ਨੇ ਉਹ ਉੱਥੇ ਗਏ ਹੋਏ ਸੀ ਉਦਘਾਟਨ ਕਰਨ, ਇਸ ਕਰਕੇ ਪੱਤਰਕਾਰਾਂ ਨੇ ਪੁੱਛ ਲਿਆ ਜੀ, ਉਹ ਰੇਡਸ ਹੋਈਆਂ ਨੇ, ਉਹਨਾਂ ਨੇ ਕਿਹਾ ਜੀ ਲਾਅ ਆਪਣਾ ਕੰਮ ਕਰੇਗਾ, ਬਸ ਇੰਨੀ ਕੀ ਸਟੇਟਮੈਂਟ ਆ ਉਹਨਾਂ ਦੀ, ਇਸ ਤੋਂ ਜ਼ਿਆਦਾ ਨਹੀਂ। ਜਦ ਕਿ ਇੱਥੇ ਇੰਨੇ ਵੱਡੇ ਆਪਰੇਸ਼ਨ 'ਚ ਮੈਨੂੰ ਲੱਗਦਾ ਕਿ ਸੀਐਮ ਸਾਹਿਬ ਨੂੰ ਜ਼ਰੂਰ ਇਸ ਤੇ ਲੀਡ ਲੈ ਕੇ ਬਰੀਫਿੰਗ ਕਰਨੀ ਚਾਹੀਦੀ ਸੀ। ਹੋਮ ਡਿਪਾਰਟਮੈਂਟ ਵੀ ਆਖਿਰ ਉਹਨਾਂ ਕੋਲ ਹੀ ਹੈ। ਨਹੀਂ, ਪੰਜਾਬ ਦੇ ਲੋਕਾਂ ਦਾ ਭਰੋਸਾ ਮੁੱਖ ਮੰਤਰੀ ਤੇ ਆ, ਸਾਰੀਆਂ ਵੋਟਾਂ ਮੁੱਖ ਮੰਤਰੀ ਦੇ ਮੂੰਹ ਨੂੰ ਪਈਆਂ ਨੇ, ਕੋਈ ਦੂਜਾ ਚਿਹਰਾ ਹੈ ਹੀ ਨਹੀਂ ਸੀ ਪੰਜਾਬ 'ਚ। ਬਾਹਰਲਿਆਂ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਦੇ, ਭਗਵੰਤ ਮਾਨ ਦੇ ਨਾਂ ਤੇ ਵੋਟਾਂ ਪਈਆਂ। ਭਗਵੰਤ ਮਾਨ ਸਾਹਿਬ ਨੂੰ ਆਪਣੇ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੀਦਾ ਸੀ ਕਿ ਮੈਂ ਬੈਠਾ ਨਾ, ਕੁਝ ਵੀ ਗਲਤ ਨਹੀਂ ਹੋਏਗਾ। ਲੋਕਾਂ ਦੇ ਵਿੱਚ ਤੁਸੀਂ ਕਹੀ ਜਾਂਦੇ ਹੋ ਰਿਊਮਰਸ ਨਾ ਹੋਣ, ਕੁਝ ਵੀ ਗਲਤ ਜੇ ਹੋਇਆ ਅਸੀਂ ਕਾਰਵਾਈ ਕਰਾਂਗੇ, ਪਰ ਤੁਸੀਂ ਠੀਕ ਲੋਕਾਂ ਨੂੰ ਭਰੋਸਾ ਤੇ ਦਿਓ ਨਾ ਕਿ ਅਸੀਂ ਕਿਸੇ ਨਾਲ ਜ਼ਿਆਦਤੀ ਨਹੀਂ ਕਰ ਰਹੇ ਤੇ ਕਿਸੇ ਨਾਲ ਗਲਤ ਹੋਏਗਾ ਵੀ ਨਹੀਂ, ਔਰ ਜੋ ਹੋਏਗਾ ਸਟੇਟ ਦੇ ਹਿੱਤ 'ਚ ਹੋਏਗਾ। ਇਹ ਮੁੱਖ ਮੰਤਰੀ ਵੱਲੋਂ ਨਿੱਠ ਕੇ ਹੁੱਬ ਕੇ ਕਹਿਣਾ ਚਾਹੀਦਾ, ਜ਼ੋਰਦਾਰ ਤਰੀਕੇ ਨਾਲ, ਛਾਤੀ 'ਚੋਂ ਕਹਿਣਾ ਚਾਹੀਦਾ, ਢਿੱਡੋਂ ਕਹਿਣਾ ਚਾਹੀਦਾ, ਲੱਗਣ ਵੀ ਨਾ ਵੀ ਢਿੱਡੋਂ ਕਹਿ ਰਿਹਾ। ਖੈਰ ਉਹਨਾਂ ਦੀ ਆਪਣੀ ਡਿਸਕ੍ਰਿਸ਼ਨ ਹੈ, ਉਹਨਾਂ ਦੀ ਮਰਜ਼ੀ ਕਦੋਂ ਕਹਿੰਦੇ ਨੇ ਕੀ ਕਹਿੰਦੇ ਨੇ। ਭਾਸਕਰ ਸਾਹਿਬ, ਦੋ ਖਬਰਾਂ ਨੂੰ ਇਕੱਠਿਆਂ ਕਲੱਬ ਕਰਦੇ ਆ। ਅੱਜ ਫਰੀਦਕੋਟ ਦੀ ਅਦਾਲਤ ਵਿੱਚ ਉਮਰਾ ਨੰਗਲ ਔਰ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਹੈ, ਤੇ ਮੈਂ ਤੁਹਾਡੇ ਤੋਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਹੈ ਕਿ ਇੱਕ ਇਸੇ ਤਰ੍ਹਾਂ ਦਾ ਜਿਹੜਾ ਹੋਰ ਆਉਂਦਾ ਹੈ ਫੈਸਲਾ, ਉਹ ਇੱਕ ਟਿੱਪਣੀ ਹੈ ਕਿ ਜੱਜਮੈਂਟ ਹੈ, ਮੈਂ ਦੇਖ ਨਹੀਂ ਸਕਿਆ, ਜ਼ਰਾ ਦੱਸੋ। ਹਾਈ ਕੋਰਟ ਦੇ ਵਿੱਚ ਇਹੀ ਸੰਦਰਭ ਹੈ, ਕਿਉਂਕਿ ਜਿਹੜੀ ਪਲੀ ਲਈ ਜਾਂਦੀ ਹੈ ਕਿ ਜੇ ਕੋ ਅਕਿਊਜ਼ਡ ਨੂੰ ਸੇਮ ਜ਼ਮਾਨਤ ਮਿਲ ਗਈ ਜਾਂ ਕੋਈ ਉਹਨੂੰ ਰਾਹਤ ਮਿਲ ਗਈ ਤਾਂ ਦੂਜਾ ਬੰਦਾ ਵੀ ਕਹੇ ਕਿ ਉਸੇ ਆਧਾਰ ਤੇ ਮੈਨੂੰ ਦਿਓ, ਫਿਰ ਇਹ ਕਾਫੀ ਚੀਜ਼ਾਂ ਕਲੀਅਰ ਹੋ ਜਾਂਦੀਆਂ। ਹਾਲਾਂਕਿ ਫਰੀਦਕੋਟ ਦੀ ਅਦਾਲਤ ਵਿੱਚ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਲੱਗਿਆ ਵੀ ਇਸ ਗੱਲ ਨੂੰ ਖਾਰਜ ਕਰਤਾ ਸੀ ਕਿ ਜ਼ਰੂਰੀ ਨਹੀਂ ਕਿ ਕੋ ਅਕਿਊਜ਼ਡ ਨੂੰ ਮਿਲੀ ਰਾਹਤ ਤੁਹਾਨੂੰ ਵੀ ਮਿਲ ਜਾਏ। ਜੀ ਰੰਧਾਵਾ ਜੀ, ਵੈਸੇ ਤੇ ਹਾਈ ਕੋਰਟ ਨੇ ਜ਼ਿਕਰ ਕਿਸੇ ਹੋਰ ਕੇਸ ਦੇ ਵਿੱਚ ਕੀਤਾ ਹੈ ਕਿ ਇੱਕ ਕੇਸ ਦੇ ਵਿੱਚ ਅਗਰ ਇੱਕ ਤੋਂ ਵੱਧ ਕੋ ਐਕਿਊਜ਼ ਨੇ, ਯਾਨੀ ਇੱਕ ਐਕਿਊਜ਼ ਨੂੰ ਅਗਰ ਬੇਲ ਮਿਲ ਗਈ ਤੇ ਉਹਦੀ ਮਿਲੀ ਹੋਈ ਬੇਲ ਨੂੰ ਦੂਜਾ ਐਕਿਊਜ਼ ਅਗਰ ਆਧਾਰ ਬਣਾ ਕੇ ਬੇਲ ਮੰਗੇ, ਤੇ ਇਹਦੇ ਉੱਤੇ ਹਾਈ ਕੋਰਟ ਦੀ ਸਾਫ਼ ਤੌਰ ਤੇ ਟਿੱਪਣੀ ਆ ਗਈ ਕਿ ਵੀ ਨਹੀਂ, ਇਹ ਕੋਈ ਆਧਾਰ ਨਹੀਂ ਹੋ ਸਕਦਾ। ਭਾਵੇਂ ਇਹ ਟਿੱਪਣੀ ਕਿਸੇ ਹੋਰ ਕੇਸ ਦੇ ਵਿੱਚ ਕੀਤੀ ਗਈ ਸੀ, ਪਰ ਪੰਜਾਬ ਦੇ ਵਿੱਚ ਇਹ ਟਿੱਪਣੀ ਉਹ ਜਿਹੜਾ ਗੋਲੀकांड ਦਾ ਕੇਸ ਹੈਗਾ ਉਹਦੇ ਵਿੱਚ ਦੇਖੀ ਜਾ ਰਹੀ ਹੈ। ਅੱਜ ਬੇਲ ਲੱਗੀ ਹੈ ਸੁਮੇਧ ਸਿੰਘ ਸੈਣੀ ਉਹਨਾਂ ਦੀ ਤੇ ਪਰਮਰਾਜ ਸਿੰਘ ਉਮਰਾ ਨੰਗਲ ਉਹਨਾਂ ਦੀ ਫਰੀਦਕੋਟ ਕੋਰਟ ਦੇ ਵਿੱਚ, ਔਰ ਇਹ ਉਹ ਫਰੀਦਕੋਟ ਕੋਰਟ ਦੇ ਵਿੱਚ ਰਾਜੀਵ ਕਾਲਰਾ ਜੀ ਉਹਨਾਂ ਦੀ ਅਦਾਲਤ ਹੈਗੀ ਹੈ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਬੇਲ ਨੂੰ ਤੇ ਰਿਜੈਕਟ ਕੀਤਾ ਗਿਆ, ਪਰ ਉਹਨਾਂ ਦੇ ਪਿਤਾ ਉਮਰ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਬੇਲ ਦੇ ਦਿੱਤੀ ਗਈ। ਹੁਣ ਕੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮਿਲੀ ਹੋਈ ਬੇਲ ਨੂੰ ਆਧਾਰ ਬਣਾ ਕੇ ਸੁਮੇਧ ਸਿੰਘ ਸੈਣੀ ਉਹਨਾਂ ਵੀ ਕੁਝ ਕਹਿ ਸਕਦੇ ਨੇ, ਔਰ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਪਹਿਲੇ ਕਦੀ ਇੱਕ ਵਾਰ ਬਲੈਂਕਟ ਬੇਲ ਮਿਲੀ ਸੀ, ਔਰ ਉਹ ਬਲੈਂਕਟ ਬੇਲ ਕੀ ਸੀ ਕਿ ਇਸ ਕੇਸ ਦੇ ਵਿੱਚ ਕੋਈ ਵੀ ਸਰਕਾਰ ਜਦ ਤੱਕ ਕਿ ਨਵੀਂ ਸਰਕਾਰ ਨਹੀਂ ਬਣਦੀ, ਯਾਨੀ ਫਰਵਰੀ ਦੇ ਮਹੀਨੇ ਤੱਕ ਉਹਨਾਂ ਨੂੰ ਇੱਕ ਬਲੈਂਕਟ ਬੇਲ ਦਿੱਤੀ ਜਾਂਦੀ ਹੈ, ਨਾ ਉਹਨਾਂ ਨੂੰ ਕਿਸੇ ਕੇਸ ਦੇ ਵਿੱਚ ਅਰੈਸਟ ਕੀਤਾ ਜਾ ਸਕਦਾ, ਨਾ ਹੀ ਕੋਈ ਇਹਨਾਂ ਦੇ ਖਿਲਾਫ ਨਵਾਂ ਕੇਸ ਦਰਜ ਕੀਤਾ ਜਾਂਦਾ ਹੈ, ਔਰ ਅੱਜ ਤੋਂ ਬਾਅਦ ਵੀ ਅਗਰ ਕੋਈ ਕ੍ਰਾਈਮ ਦੇ ਵਿੱਚ ਇਨਵੋਲਵ ਪਾਏ ਜਾਣ ਤਾਂ ਵੀ ਇਹਨਾਂ ਦੇ ਖਿਲਾਫ ਕੋਈ ਨਵੀਂ FIR ਨਹੀਂ ਹੋ ਸਕਦੀ। ਉਸ ਤਰੀਕੇ ਦੀ ਕੰਬਲ ਵਾਲੀ ਬੇਲ ਦੇ ਉੱਤੇ ਬਹੁਤ ਸਾਰਾ ਬਲੈਂਕਟ ਬੇਲ, ਆਪਾਂ ਪੰਜਾਬੀ ਕਹਿੰਦੇ ਨੇ ਕੰਬਲ ਵਾਲੀ ਬੇਲ, ਸੁਪਰੀਮ ਕੋਰਟ ਨੇ ਭਾਸਕਰ ਸਾਹਿਬ ਇੱਥੇ ਸਖਤ ਟਿੱਪਣੀ ਵੀ ਕੀਤੀ ਸੀ, ਯਾਦ ਹੋਣਾ ਤੁਹਾਨੂੰ। ਬਾਅਦ ਚ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ, ਪਰ ਪੂਰੇ ਪੋਲਿੰਗ ਪ੍ਰੋਸੈਸ ਦੇ ਵਿੱਚ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਵੀ ਉਸ ਕੰਬਲ ਵਾਲੀ ਬੇਲ ਦਾ ਜ਼ਿਕਰ ਸੁਪਰੀਮ ਕੋਰਟ ਨੇ ਬਾਅਦ ਚੋਂ ਕੀਤਾ ਸੀਗਾ। ਪਰ ਐਦਾਂ ਦੀ ਹੀ ਕੋਈ ਕੰਬਲ ਵਾਲੀ ਬੇਲ ਦਾ ਹੱਕ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ ਵੀ ਕੱਲ ਮੰਗ ਸਕਦੇ ਨੇ ਕਿ ਇਹ ਸਾਡੇ ਖਿਲਾਫ ਪੋਲੀਟੀਕਲ ਵੈਂਡੇਟਾ ਹੈ। ਜੋ ਪਲੀ ਉਹਨਾਂ ਨੇ ਆਲਰੇਡੀ ਫਰੀਦਕੋਟ ਕੋਰਟ ਦੇ ਵਿੱਚ ਲਿੱਤੀ ਸੀ, ਉਸੇ ਪਲੀ ਨੂੰ ਅੱਗੇ ਵਧਾਉਂਦੇ ਹੋਏ ਹਾਈ ਕੋਰਟ ਦੇ ਵਿੱਚ ਵੀ ਜਿਸ ਤਰੀਕੇ ਦੀ ਰਾਹਤ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਮਿਲੀ ਸੀਗੀ ਹਾਈ ਕੋਰਟ ਤੋਂ ਹੀ, ਉਸ ਰਾਹਤ ਦੀ ਮੰਗ ਕੱਲ ਸੁਖਬੀਰ ਸਿੰਘ ਬਾਦਲ ਵੀ ਕਰ ਸਕਦੇ ਨੇ। ਤੇ ਅੱਜ ਜਦ ਇਸ ਸੁਣਵਾਈ ਦੇ ਉੱਤੇ ਸੁਮੇਧ ਸਿੰਘ ਸੈਣੀ ਉਹਨਾਂ ਦੀ ਤੇ ਪਰਮਰਾਜ ਸਿੰਘ ਉਮਰਾ ਨੰਗਲ ਦੀ ਜਦ ਫਰੀਦਕੋਟ ਕੋਰਟ ਦੇ ਵਿੱਚ ਹੋਏਗੀ, ਉੱਥੇ ਕੀ ਪਲੀ ਆਉਂਦੀ ਹੈ ਇਹ ਦੇਖਣ ਨੂੰ ਮਿਲੇਗਾ। ਪਰ ਹਾਂ, ਹਾਈ ਕੋਰਟ ਦੀ ਉਹ ਕੀਤੀ ਹੋਈ ਟਿੱਪਣੀ
ਹੁਣ ਆਪਾਂ ਇਹਨਾਂ ਕੇਸਾਂ ਦੇ ਵਿੱਚ ਵੀ ਦੇਖ ਰਹੇ ਹਾਂ, ਜੇ ਉਹ ਰਿਹਾ ਹੋ ਗਿਆ, ਜੇ ਉਹਨੂੰ ਬੇਲ ਮਿਲ ਗਈ ਤੇ ਮੈਨੂੰ ਕਿਉਂ ਨਹੀਂ, ਇਹਨੂੰ ਸਿਰੇ ਤੋਂ ਖਾਰਿਜ ਕਰਤਾ ਹਾਈ ਕੋਰਟ ਨੇ ਇੱਕ ਦੂਜੇ ਕੇਸ ਦੇ ਵਿੱਚ। ਬਿਲਕੁਲ ਠੀਕ ਹੈ। ਸੁਖਬੀਰ ਸਿੰਘ ਬਾਦਲ ਆਲਰੇਡੀ ਆਪਣੀ ਪਟੀਸ਼ਨ ਦਾਖਲ ਕਰ ਚੁੱਕੇ ਆ, ਜਿਹਦੀ ਸੁਣਵਾਈ ਸੰਬੰਧੀ ਅਜੇ ਤੈਅ ਨਹੀਂ ਹੋਈ ਡੇਟ, ਪਰ ਮੋਸਟ ਪ੍ਰੋਬਬਲੀ ਕੱਲ ਇਹਦੇ ਤੇ ਸੁਣਵਾਈ ਹੋ ਸਕਦੀ ਹੈ, ਇਹ ਮੰਨਿਆ ਜਾ ਰਿਹਾ। ਇੰਦਰਪ੍ਰੀਤ ਜੀ, ਖਬਰ ਮੱਤੇਵਾੜਾ ਨਾਲ ਜੁੜਦੀ ਹੈ। ਕਦੇ ਟੈਕਸਟਾਈਲ ਪਾਰਕ ਪੰਜਾਬ ਨੂੰ ਮਿਲ ਗਿਆ ਸੀ, ਮੈਨੂੰ ਯਾਦ ਹੈ ਅਜੇ ਵੀ ਉਹ ਲੰਬੀ ਲਾਈਨ ਸੀ ਜਿਨ੍ਹਾਂ ਦੇ ਵਿੱਚ ਕਾਫੀ ਵੱਡੇ ਵੱਡੇ ਚਿਹਰੇ ਸੀਗੇ, ਐਕਟਿਵਿਸਟ ਸੀਗੇ, ਪੱਤਰਕਾਰ ਸੀ, ਸਾਰੇ ਮੁੱਖ ਮੰਤਰੀ ਦੀ ਕੋਠੀ 'ਚ ਸਲਾਹ ਮਸ਼ਵਰੇ ਕਰ ਰਹੇ ਸੀ। ਮੱਤੇਵਾੜ ਦਾ ਰੌਲਾ ਪੈਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਪਹਿਲਾਂ ਹੱਕ 'ਚ, ਫਿਰ ਬਾਅਦ 'ਚ ਇਹਨੂੰ ਰੱਦ ਕਰ ਦਿੰਦੇ ਆ, ਫਿਰ ਕਹਿੰਦੇ ਅਸੀਂ ਲੁਧਿਆਣੇ ਜਾਂ ਫਤਿਹਗੜ੍ਹ ਸਾਹਿਬ, ਫਿਰ ਘੁੰਮ ਘੁਮਾ ਕੇ ਅੰਮ੍ਰਿਤਸਰ 'ਚ ਆ ਗਿਆ ਵੀ ਜ਼ਮੀਨ ਉੱਥੇ ਦੇ ਦਿਆਂਗੇ। ਜਦੋਂ ਹੁਣ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਕੇਂਦਰ ਵੱਲੋਂ ਹੋਈਆਂ ਤੇ ਪੰਜਾਬ ਲਈ ਟੈਕਸਟਾਈਲ ਪਾਰਕ ਦੇ ਨਾਂ ਤੇ ਕੁਝ ਵੀ ਨਹੀਂ, ਇਹ ਜਰਾ ਇੱਥੇ ਇੱਕ ਟਿੱਪਣੀ ਦੇ ਦਿਓ, ਫਿਰ ਆਪਾਂ ਜਿਹੜਾ ਰਾਹੁਲ ਗਾਂਧੀ ਤੇ ਸਲਮਾਨ ਖਾਨ ਵਾਲਾ ਕੇਸ ਹੈ, ਸਿੰਪਲ ਇੱਕ ਮਿੰਟ 'ਚ ਤੁਹਾਡੇ ਤੋਂ ਮੈਂ ਲੈਣਾ ਜੀ। ਰੰਧਾਵਾ ਸਾਹਿਬ ਦੇਖੋ, ਇਹ ਜਿਹੜਾ ਟੈਕਸਟਾਈਲ ਪਾਰਕ ਦਾ ਇਸ਼ੂ ਹੈਗਾ, ਉਹ ਇੱਥੇ ਜਿਹੜਾ ਮੱਤੇਵਾੜਾ ਸਾਹਿਬ ਦੇ ਵਿੱਚ ਸਾਨੂੰ ਪਹਿਲੀ ਚਰਨ ਦੇ ਵਿੱਚ ਮਿਲ ਗਿਆ ਸੀ, ਯਾਨੀ ਇਨ ਪ੍ਰਿੰਸੀਪਲ ਗਵਰਨਮੈਂਟ ਆਫ ਇੰਡੀਆ ਨੇ ਦੇਤਾ ਸੀ ਸਾਨੂੰ 13 ਬਣਨੇ ਆ ਪੂਰੇ ਕੰਟਰੀ ਦੇ ਵਿੱਚ, ਜਿਸ 'ਚ 850 ਕਰੋੜ ਰੁਪਇਆ ਜਿਹੜਾ ਇਨਫਰਾਸਟ੍ਰਕਚਰ ਦੇ ਤੌਰ ਤੇ ਬਣਾਉਣ ਦੇ ਲਈ ਸਾਨੂੰ ਮਿਲਣਾ ਸੀਗਾ, ਤੇ ਬਹੁਤ ਵੱਡੇ ਵੱਡੇ ਜਿਹੜੇ ਯੂਨਿਟਸ ਨੇ ਇੱਥੇ ਆਣੇ ਸੀ। ਤੇ ਉਹ ਮਤਲਬ ਮੈਨੂੰ ਲੱਗਦਾ ਕਿ ਜੇ ਅਸੀਂ ਰੋਜ਼ਗਾਰ ਦੇ ਲਿਹਾਜ਼ ਨਾਲ ਉਹਨੂੰ ਦੇਖਦੇ ਹਾਂ ਤਾਂ ਉਹ ਇੱਕ ਬਹੁਤ ਬੜਾ ਪ੍ਰੋਜੈਕਟ ਸੀ ਜਿਹੜਾ ਉਹ ਸਾਡੇ ਹੱਥੋਂ ਨਿਕਲ ਗਿਆ। ਪਰ ਨਾਲ ਦੀ ਨਾਲ ਇਹ ਵੀ ਸਾਡੇ ਲਈ ਉਨਾ ਹੀ ਗੰਭੀਰ ਇਸ਼ੂ ਹੈ ਕਿ ਵੀ ਕੀ ਅਸੀਂ ਇਹ ਜਿਹੇ ਪ੍ਰੋਜੈਕਟਸ ਅਲਾਓ ਕਰ ਸਕਦੇ ਹਾਂ ਜਿਹੜੇ ਪੋਲੂਟਡ ਹੋਣ, ਪੋਲੂਸ਼ਨ ਫੈਲਾ ਰਹੇ ਹੋਣ। ਉਹ ਕੀਤੇ ਜਾ ਸਕਦੇ ਨੇ ਖਾਸ ਤੌਰ ਤੇ ਉਦੋਂ ਇਹ ਜੀ ਨਦੀ ਦੇ ਉੱਪਰ, ਜਿਹੜੀ ਨਦੀ ਮੋਸਟਲੀ ਮਾਲਵਾ ਔਰ ਰਾਜਸਥਾਨ ਦੇ ਇਲਾਕੇ ਨੂੰ ਪੀਣ ਵਾਲਾ ਪਾਣੀ ਉਪਲਬਧ ਕਰਾਉਂਦੀ ਹੈ। ਬੁੱਢਾ ਨਾਲਾ ਕਰਕੇ ਪਹਿਲਾਂ ਹੀ ਉਹ ਬਹੁਤ ਤੁਸੀਂ ਦੇਖਿਆ ਹੀ ਹੈ ਟਾਰਗੇਟ ਤੇ ਹੈ। ਉਸ ਤੋਂ ਬਾਅਦ ਇੱਕ ਟੈਕਸਟਾਈਲ ਪਾਰਕ ਵੀ ਉਹਦੇ ਬਿਲਕੁਲ ਕੰਢੇ ਦੇ ਉੱਤੇ ਬਣਾਉਣਾ, ਇਹ ਵਾਤਾਵਰਣ ਪ੍ਰੇਮੀਆਂ ਨੇ ਇਸ ਤੇ ਬਹੁਤ ਵੱਡੀ ਇੱਕ ਮੁਹਿੰਮ ਛੇੜੀ ਤੇ ਉਹ ਸਾਡੇ ਹੱਥੋਂ ਨਿਕਲ ਗਿਆ। ਸੀਐਮ ਸਾਹਿਬ ਨੇ ਪਹਿਲਾਂ ਤਾਂ ਵਿਧਾਨ ਸਭਾ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਸੀ, ਉਹਦੇ ਵਿੱਚ ਬਹੁਤ ਲੰਬੇ ਚੌੜੇ ਭਾਸ਼ਣ ਵੀ ਦਿੱਤੇ ਤੇ ਇੱਕ ਸਟੇਟਮੈਂਟ ਦੇ ਵਿੱਚ ਇਹ ਕਿਹਾ ਵੀ ਇੰਨੇ ਹਜ਼ਾਰਾਂ ਬੰਦਿਆਂ ਨੂੰ ਰੋਜ਼ਗਾਰ ਮਿਲੇਗਾ, ਇੱਥੇ ਸਾਡੀ ਟੈਕਸੇਸ਼ਨ ਵੀ ਵਧੇਗੀ, ਸਭ ਕੁਝ ਕੀ ਬੋਲਿਆ ਪੱਖ 'ਚ। ਲੇਕਿਨ ਫਿਰ ਅਗਲੇ ਹੀ 2-4 ਦਿਨ ਜਦੋਂ ਇਹ ਉੱਥੇ ਮੋਰਚਾ ਲੱਗ ਗਿਆ ਤੇ ਫਿਰ ਇਹਨਾਂ ਨੇ ਇਹ ਵਾਪਿਸ ਲੈ ਲਿਆ। ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਸਾਡਾ ਇੰਡਸਟਰੀਅਲ ਫਰੇਟ ਕੋਰੀਡੋਰ ਆ ਰਿਹਾ, ਇੱਕ ਪਿੱਛੋਂ ਕਲਕੱਤਾ ਤੋਂ ਜਿਹੜਾ ਲੁਧਿਆਣੇ ਤੱਕ ਆਣਾ, ਉਹਨੂੰ ਦੇਖਦੇ ਹੋਏ ਫਤਿਹਗੜ੍ਹ ਸਾਹਿਬ ਕੋਲੇ ਵਜ਼ੀਰਾਬਾਦ ਪਿੰਡ ਹੈਗਾ, ਉੱਥੇ ਦੀ 2-3 ਪਿੰਡ ਹੈਗੇ ਨੇ, ਉੱਥੇ ਜ਼ਮੀਨ ਦੇਖੀ ਗਈ ਸੀ ਜੋ 850 ਏਕੜ ਹੈਗੀ ਹੈ। ਪਰ ਉਹ ਟੈਕਸਟਾਈਲ ਪਾਰਕ ਵਾਸਤੇ ਮਿਨੀਮਮ 1000 ਏਕੜ ਚਾਹੀਦੀ ਹੈ। ਉਹ ਹਜੇ 150 ਏਕੜ ਹਜੇ ਲਿੱਤੀ ਜਾਣੀ ਸੀਗੀ, ਉਹਨਾਂ ਨੇ ਕਿਹਾ ਸੀ ਐਕਵਾਇਰ ਕਰ ਲਾਂਗੇ, ਤੁਸੀਂ ਇਹ ਦੇਖ ਲਓ। ਤੇ ਹਜੇ ਤੱਕ ਕੋਈ ਟੈਕਸਟਾਈਲ ਮਿਨਿਸਟਰੀ ਦੀ ਕੋਈ ਟੀਮ ਹਜੇ ਨਹੀਂ ਆਈ ਹੈਗੀ ਹੈ। ਤੇ ਸੇਮ ਹੀ ਅੰਮ੍ਰਿਤਸਰ ਵੀ ਇੱਕ ਪੋਰਸ਼ਨ ਦਿਖਾਇਆ ਸੀ, ਪ੍ਰਪੋਜ਼ ਕੀਤਾ ਸੀ ਕਿ ਅੰਮ੍ਰਿਤਸਰ ਵੀ ਬਣਾਇਆ ਜਾ ਸਕਦਾ ਹੈ, ਔਰ ਅੰਮ੍ਰਿਤਸਰ ਵੀ ਲੁਧਿਆਣੇ ਵਾਂਗੂ ਇੱਕ ਈਕੋਸਿਸਟਮ ਰਿਹਾ ਹੈ। ਪਹਿਲਾਂ ਇਹਦਾ ਟੈਕਸਟਾਈਲ ਦਾ ਬੜੇ ਵੱਡੇ ਹੈਂਡਲੂਮਸ ਉੱਥੇ ਲੱਗੇ ਰਹੇ ਨੇ, 2500 ਤੋਂ ਦੇ ਕਰੀਬ ਉੱਥੇ ਹੈਂਡਲੂਮ ਲੱਗੇ ਹੋਏ ਸੀਗੇ, ਤੇ ਇੱਕ ਮਤਲਬ ਸੀ ਉੱਥੇ ਗੋਇੰਦਵਾਲ ਸਾਹਿਬ, ਬਟਾਲਾ, ਇਹ ਸਾਰੀ ਇੰਡਸਟਰੀ ਉਹਦੇ ਨਾਲ ਜੁੜੀ ਹੋਈ ਸੀ ਜੋ ਹੌਲੀ ਹੌਲੀ ਕਰਕੇ ਬੰਦ ਹੋ ਗਈ ਹੈ। ਤੇ ਲੇਕਿਨ ਹਜੇ ਤੱਕ ਕਦੇ ਵੀ ਉਹਨੂੰ ਗਵਰਨਮੈਂਟ ਆਫ ਇੰਡੀਆ ਵੱਲੋਂ ਉਹ ਇਨ ਪ੍ਰਿੰਸੀਪਲ ਮਨਜ਼ੂਰ ਨਹੀਂ ਕੀਤਾ ਗਿਆ। ਤੇ ਪਹਿਲੇ ਚਰਨ 'ਚ ਜਿਹੜੇ 7 ਬਣਨੇ ਨੇ, ਉਹਦੇ 'ਚ ਤਾਂ ਪਹਿਲਾਂ ਵੀ ਮੱਤੇਵਾੜਾ ਵੀ ਸਾਡੇ ਕੋਲੇ ਨਹੀਂ ਸੀ, ਉਹ ਸੈਕੰਡ ਫੇਜ਼ 'ਚ ਸੀ ਸਾਡੇ ਕੋਲੇ। ਲੇਕਿਨ ਇਹ ਸੀ ਕਿ ਉਹ ਇਨ ਪ੍ਰਿੰਸੀਪਲ ਮਨਜ਼ੂਰ ਹੋ ਗਿਆ ਸੀ। ਲੇਕਿਨ ਹੁਣ ਇਹ ਅੰਮ੍ਰਿਤਸਰ ਔਰ ਫਤਿਹਗੜ੍ਹ ਤਾਂ ਹਜੇ ਉਸ ਪਹਿਲਾ ਜਿਹੜਾ ਚਰਨ ਹੈ ਉਹ ਵੀ ਹਜੇ ਕ੍ਰਾਸ ਨਹੀਂ ਕੀਤੇ ਹੈਗੇ। ਦੇਖੋ ਇਹਦੇ 'ਚ ਸਾਨੂੰ ਕੋਈ ਦੇਖੋ, ਜਿੱਥੇ ਅਸੀਂ ਇਹ ਗੱਲ ਕਰਦੇ ਹਾਂ ਬਾਰ-ਬਾਰ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਚਾਹੀਦਾ ਹੈ, ਤੇ ਉੱਥੇ ਨਾਲ ਨਾਲ ਇਹ ਵੀ ਹੈ ਕਿ ਸਾਨੂੰ ਸਾਫ਼ ਸੁਥਰਾ ਪਰਿਆਵਰਣ ਵੀ ਚਾਹੀਦਾ ਹੈ। ਤਾਂ ਦੋਨੋਂ ਦਾ ਕੋਈ ਮਿਡ ਵੇ ਤਾਂ ਗਵਰਨਮੈਂਟ ਨੂੰ ਹੀ, ਸਟੇਟ ਗਵਰਨਮੈਂਟ ਜਿਹੜੀ ਹੈ ਉਹਨੂੰ ਹੀ ਕੱਢਣਾ ਪਊਗਾ, ਕਿਉਂਕਿ ਅਸੀਂ ਨਾ ਤਾਂ ਇੰਡਸਟਰੀ ਤੋਂ ਬਿਨਾਂ ਵੀ ਨਹੀਂ ਚੱਲ ਸਕਦੇ, ਅਸੀਂ ਲੈਂਡਲੌਕ ਸਟੇਟ ਆ, ਅਸੀਂ ਇੰਡਸਟਰੀ ਤੋਂ ਬਿਨਾਂ ਨਹੀਂ ਚੱਲ ਸਕਦੇ, ਤੇ ਨਾ ਹੀ ਅਸੀਂ ਫਿਰ ਇੰਨਾ ਪੋਲੂਸ਼ਨ ਵੀ ਫੈਲਾ ਸਕਦੇ ਆ ਕਿ ਅਸੀਂ ਬਿਮਾਰ ਹੋ ਕੇ ਹੀ ਰਹਿ ਜਾਈਏ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਿਮਾਰ ਹੋਣ ਇਸ ਤੋਂ। ਤੇ ਸਾਨੂੰ ਕੋਈ ਮਿਡ ਵੇ ਕੱਢਣਾ ਹੀ ਪਏਗਾ। ਮੈਨੂੰ ਲੱਗਦਾ ਹੈ ਕਿ ਪ੍ਰਵਾਸ ਹੋਰ ਵਧੂਗਾ, ਬੇਰੁਜ਼ਗਾਰੀ, ਰੁਜ਼ਗਾਰ ਤੇ ਵਾਤਾਵਰਨ, ਅਮਨ ਕਾਨੂੰਨ, ਇਹ ਸਾਰੀਆਂ ਗੱਲਾਂ ਰਹਿਣਗੀਆਂ। ਬੱਚੇ ਨਹੀਂ ਰਹਿਣਗੇ ਇੱਥੇ, ਜੋ ਹਾਲਾਤ ਬਣੇ ਹੋਏ ਆ ਆਖਰ ਸਭ ਛੱਡ ਜਾਣਗੇ, ਜਿਹੜੇ ਸਹਿੰਦੇ ਨੇ ਛੱਡ ਜਾਣਗੇ, ਦੂਜੇ ਕਰਜ਼ੇ ਲੈ ਕੇ ਛੱਡ ਜਾਣਗੇ, ਨਿੱਕੇ ਨਿੱਕੀਆਂ ਜ਼ਮੀਨਾਂ ਦੇ ਟੁਕੜੇ ਵਿਕਣਗੇ। ਤੁਸੀਂ ਕਹਿੰਦੇ ਸੀ ਸਾਡੀਆਂ ਜ਼ਮੀਨਾਂ ਕੈਪਚਰ ਕਰ ਲੈਣੀਆਂ ਕਾਰਪੋਰੇਟ ਨੇ, ਕਿਸੇ ਕਾਰਪੋਰੇਟ ਨੇ ਨਹੀਂ ਆਉਣਾ ਇੱਥੇ,
ਇਹ ਇਸ ਤਰ੍ਹਾਂ ਲੱਗ ਰਿਹਾ। ਲੇਕਿਨ ਦੌਰ ਹੁੰਦੇ ਆ, ਪੰਜਾਬ ਕਦੇ ਮਰਿਆ ਨਹੀਂ। ਦੂਜਾ ਐਂਗਲ ਇਹਦਾ ਹੈ ਕਿ ਪੰਜਾਬ ਕਦੇ ਨਹੀਂ ਮਰਿਆ, ਵਕਤੀ ਤੌਰ ਤੇ ਝਟਕੇ ਲੱਗਦੇ ਆ। ਲੋਕ ਗਏ ਹੋਏ ਲੋਕ ਫਿਰ ਪਰਤਾਉਂਦੇ ਪੀੜ੍ਹੀ ਬਾਅਦ, ਡੇਢ ਪੀੜ੍ਹੀ ਬਾਅਦ, ਕਿਉਂਕਿ ਹਰ ਇੱਕ ਨੂੰ ਘਰ ਚਾਹੀਦਾ, ਹਰ ਇੱਕ ਨੂੰ ਆਪਣੇ ਤਰ੍ਹਾਂ ਦੀ ਮੌਸਮ ਚਾਹੀਦੇ ਆ, ਫਿਰ ਉਹ ਆਪਣੀ ਜੜ ਵੱਲ ਮੁੜ ਆਉਂਦੇ ਆ। ਪਰ ਖੈਰ ਅੱਜ ਦਾ ਮਾਹੌਲ ਇਸ ਤਰ੍ਹਾਂ ਦਾ ਹੈ। ਭਾਸਕਰ ਸਾਹਿਬ, ਅਗਲੀਆਂ ਦੋ ਖਬਰਾਂ ਨੇ, ਛੋਟੀਆਂ ਛੋਟੀਆਂ ਲੈਣੀਆਂ ਨੇ, ਦੋਨਾਂ ਕੋਈ ਲੈਣੀਆਂ ਨੇ। ਇੱਕ ਤਾਂ ਸਲਮਾਨ ਖਾਨ ਨੂੰ ਮਿਲੀ ਧਮਕੀ, ਧਮਕੀ ਤਾਂ ਜੇਲ੍ਹ ਚੋਂ ਵੀ ਮਿਲੀ ਸੀ, ਹੁਣ ਈਮੇਲ ਤੇ ਧਮਕੀ ਮਿਲੀ, ਰਜਿਸਟਰਡ ਹੋ ਗਿਆ ਕੇਸ। ਰੰਧਾਵਾ ਜੀ, ਉਸ ਕੰਟਰੋਵਰਸ਼ੀਅਲ ਇੰਟਰਵਿਊ ਦੇ ਵਿੱਚ ਜਿਹੜਾ ਬੈਕ ਟੂ ਬੈਕ 2 ਇੰਟਰਵਿਊ ਆਏ ਸੀ, 3 ਗੱਲਾਂ ਸੈੱਟ ਹੋਈ ਸੀ। ਇੱਕ, ਲਾਰੈਂਸ ਬਿਸ਼ਨੋਈ ਨੇ ਆਪਣੇ ਆਪ ਨੂੰ ਇਨੋਸੈਂਟ ਘੋਸ਼ਿਤ ਕਰਨ ਦਾ ਜਾਂ ਡਿਕਲੇਅਰ ਕਰਨ ਦਾ ਜਾਂ ਆਪਣੇ ਪੱਖ ਦੇ ਵਿੱਚ ਲੋਕਾਂ ਨੂੰ ਕਰਨ ਦੀ ਇੱਕ ਕੈਂਪੇਨ ਜੀ ਚਲਾਈ ਸੀ। ਪਰ ਉਹਦੇ ਵਿੱਚ ਸਭ ਤੋਂ ਖਤਰਨਾਕ ਗੱਲ ਇਹ ਸੀ ਕਿ ਸਲਮਾਨ ਖਾਨ ਉਹਨਾਂ ਨੂੰ ਸਿੱਧੇ ਤੌਰ ਤੇ ਉਹ ਧਮਕੀ ਦੇ ਰਿਹਾ ਸੀ, ਮੈਂ ਗੁੰਡਾ ਹਜੇ ਨਹੀਂ ਆ, ਪਰ ਸਲਮਾਨ ਖਾਨ ਨੂੰ ਮਾਰ ਕੇ ਮੈਂ ਗੁੰਡਾ ਜ਼ਰੂਰ ਬਣ ਜਾਊਂਗਾ ਔਰ ਮਾਰੂੰਗਾ। ਜੇ ਇਹ ਮਾਫੀ ਨਹੀਂ ਮੰਗਦਾ ਮੰਦਰ ਜਾ ਕੇ ਸਾਡੇ, ਤੇ ਫਿਰ ਤੇ ਮਾਰਨਾ ਇਹਦਾ ਪੱਕਾ ਹੈ। ਹਜੇ ਇਹ ਗੱਲ ਇੰਟਰਵਿਊ ਦੇ ਉੱਤੇ ਬਵਾਲ ਮੁੱਕਿਆ ਨਹੀਂ ਹੈ ਪੰਜਾਬ ਦੇ ਵਿੱਚ, ਪਰ ਇਹ ਸਲਮਾਨ ਖਾਨ ਉਹਨਾਂ ਨੂੰ ਈਮੇਲ ਪਹੁੰਚ ਗਈ। ਔਰ ਈਮੇਲ ਭੇਜੀ ਕਿੰਨੇ? ਰੋਹਿਤ ਗਰਗ ਨੇ। ਰੋਹਿਤ ਗਰਗ ਕਹਿੰਦੇ ਹੈ ਕਿ ਗੋਲਡੀ ਬਰਾੜ ਉਹਨਾਂ ਦਾ ਔਰ ਲਾਰੈਂਸ ਬਿਸ਼ਨੋਈ ਉਹਨਾਂ ਦਾ ਕੋਈ ਖਾਸ ਗੈਂਗ ਦਾ ਹੀ ਬੰਦਾ ਹੈਗਾ। ਉਹਨੇ ਭੇਜੀ सलमान खान की टीम ਨੂੰ और ਉਹਨੂੰ ਕਿਹਾ ਤੂੰ ਗੋਲਡੀ ਭਾਈ से बात कर ले, नहीं तो फिर अगली बार फोन नहीं आएगा, सीधा झटका दिता जाएगा। इस धमकी तो बाद सलमान खान की टीम ने कंप्लेंट की, दर्ज हो गया केस। हुण केस जिहड़ा दर्ज होया रोहित गर्ग, गोल्डी बराड़, लारैंस बिश्नोई के नां ते हो गया। पर जद भी इदां दी धमकियां आंदी है, लारैंस बिश्नोई भी उस इंटरव्यू दे विच कह रहा सीगा कि असीं ते कदी धमकी दित्ती नहीं किसी नूं, असीं ते किसी तो कोई फिरौती लित्ती नहीं। पर यह धमकी असली सी नकली सी, यदि इन्वेस्टिगेशन मुंबई पुलिस करेगी। पर उस इंटरव्यू के इमीडिएटली बाद इदां दी धमकी सलमान खान नूं आनी किसी ना किसी जगह दे वास्ते वो इंटरव्यू भी रिस्पोंसिबल है, जिहदे विच सीधे तौर ते सलमान खान नूं धमकाया गया सी। हुण गल रही राहुल गांधी दी। एक बार इंद्रप्रीत जी दी राय ले लईए, फिर आउणे आ। इंद्रप्रीत जी, ਜਦੋਂ ਸਿੱਧੀ ਅਗਲਾ ਟੀਵੀ ਦੇ ਉੱਤੇ ਹੀ ਦੇ ਰਿਹਾ, ਫਿਰ ਈਮੇਲ ਦੇ ਉੱਤੇ ਰਜਿਸਟਰਡ ਕਰਨਾ, ਇਹ ਮੈਨੂੰ ਥੋੜਾ ਜਿਹਾ ਅਟਪਟਾ ਲੱਗਦਾ। ਇਹ ਸਾਡਾ ਸਿਸਟਮ ਹੈ। ਦੂਜੀ ਗੱਲ, ਕੱਲ ਸਿੱਧੂ ਮੂਸੇਵਾਲੇ ਦੀ ਬਰਸੀ ਸੀ, ਤੁਸੀਂ ਉਹਦੇ ਬਾਪ ਔਰ ਉਹਦੀ ਮਾਂ ਬਲਕੌਰ ਸਿੰਘ ਤੇ ਚਰਨ ਕੌਰ ਨੂੰ ਸੁਣਿਆ ਹੋਊਗਾ। ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਕਲੱਬ ਕਰ ਲਿਓ, ਗੱਲਾਂ ਉਹਨਾਂ ਨੇ ਵੀ ਉੱਥੇ ਕੀਤੀਆਂ ਸੀ। ਬਿਲਕੁਲ, ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀਗੀ ਕਿ ਪੰਜਾਬ ਦਾ ਤਾਂ ਇੰਟਰਨੈਟ ਸਾਰਾ ਬੰਦ ਕਰਤਾ, ਤਾਂ ਇਹ ਮੇਰੀ ਜਿਹੜੇ ਮੁੰਡੇ ਦੀ ਬਰਸੀ ਹੈ ਇਹ ਤਾਂ ਕਿਤੇ ਦਿਖਾਈ ਨਹੀਂ ਜਾ ਰਹੀ। ਲੇਕਿਨ ਜੇਲ੍ਹ ਦੇ ਵਿੱਚ ਬੈਠਾ ਬੰਦਾ ਲਾਈਵ ਇੰਟਰਵਿਊਆਂ ਦੇ ਰਿਹਾ, ਇਹਦਾ ਤੁਸੀਂ ਮੈਚ ਕਰ ਹੀ ਸਕਦੇ ਹੋ ਕਿ ਸਟੇਟ ਦੇ ਵਿੱਚ ਹਾਲਾਤ ਕੀ ਨੇ। ਦੂਜੀ ਗੱਲ ਜਿਹੜੀ ਭਾਸਕਰ ਸਾਹਿਬ ਵੀ ਹੁਣ ਕਰ ਰਹੇ ਸੀਗੇ ਕਿ ਉਹਨਾਂ ਨੇ ਉੱਥੇ ਲਾਈਵ ਇੰਟਰਵਿਊ ਦੇ ਵਿੱਚ ਹੀ ਧਮਕੀ ਦਿੱਤੀ, ਤੇ ਕੇਸ ਤਾਂ ਉਦੋਂ ਹੀ ਰਜਿਸਟਰਡ ਹੋਣਾ ਜਾਣਾ ਚਾਹੀਦਾ ਸੀ। ਹੁਣ ਉਸ ਇੰਟਰਵਿਊ ਨੂੰ ਹੋਏ ਵੀ 3 ਦਿਨ ਹੋ ਗਏ ਹੈ, ਹਜੇ ਤੱਕ ਵੀ ਕੇਸ ਰਜਿਸਟਰਡ ਨਹੀਂ ਹੋਇਆ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਦੋਂ ਓਪੋਜੀਸ਼ਨ ਪਾਰਟੀਆਂ ਹੀ ਚਾਹੇ ਕੋਈ ਵੀ ਹੋਰ ਬੰਦਾ ਇਹ ਗੱਲ ਕਰਦਾ ਯਾਰ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ ਔਰ ਸਰਕਾਰ ਇਹ ਕਲੇਮ ਕਰਦੀ ਹੈ ਕਿ ਨਹੀਂ ਇੱਥੇ ਸਭ ਕੁਝ ਨਾਰਮਲ ਹੈ, ਤਾਂ ਫਿਰ ਇਹ ਜਿਹੜੀਆਂ ਇਦਾਂ ਦੀਆਂ ਸਥਿਤੀਆਂ ਉਪਜਦੀਆਂ ਨੇ, ਫਿਰ ਉਹਦਾ ਜਵਾਬ ਕੀ ਹੈ? ਉਹ ਜਿਹੜੇ ਸਵਾਲ ਨੇ ਉਹਦਾ ਜਵਾਬ ਕੀ ਹੈ? ਕਿਉਂਕਿ ਸੀਐਮ ਸਾਹਿਬ ਤਾਂ ਜਵਾਬ ਦੇ ਨਹੀਂ ਰਹੇ, ਉਹ ਤਾਂ ਇੱਕ ਵਾਰ ਵੀ ਪੱਤਰਕਾਰਾਂ ਦੇ ਸਾਹਮਣੇ ਨਹੀਂ ਆ ਰਹੇ। ਪਹਿਲਾ ਸਾਲ ਵੀ ਜਦੋਂ ਉਹਨਾਂ ਦਾ ਹੋਇਆ ਤਾਂ ਉਹਨਾਂ ਨੇ 10 ਮਿੰਟ ਦਾ ਆਪਣਾ ਇੱਕ ਸਟੇਟਮੈਂਟ ਦਿੱਤੀ ਤੇ ਉਹ ਚਲੇ ਗਏ। ਸਵਾਲ ਤਾਂ ਕਰਨ ਦਿੱਤਾ ਹੀ ਨਹੀਂ ਜਾ ਰਿਹਾ। ਇਹੀ ਸਭ ਤੋਂ ਵੱਡੀ ਪ੍ਰੋਬਲਮ ਹੋ ਰਹੀ ਹੈ ਸਟੇਟ ਵਾਸਤੇ। ਮੈਨੂੰ ਲੱਗਦਾ ਕਿ ਸੀਐਮ ਸਾਹਿਬ ਨੂੰ ਇਹ ਸਾਰੇ ਇਸ਼ੂਜ਼ ਕਲੀਅਰ ਕਰਨੇ ਚਾਹੀਦੇ ਲੋਕਾਂ ਦੇ ਸਾਹਮਣੇ। ਬਿਲਕੁਲ ਕਰਨੇ ਚਾਹੀਦੇ ਆ। ਪਰ ਭਾਸਕਰ ਸਾਹਿਬ, ਆਪਾਂ ਅਗਲੀ ਖਬਰ ਜ਼ਰੂਰ ਲੈ ਲਈਏ। ਸਵਾਲ ਇਸ ਗੱਲ ਦਾ ਹੈ ਕਿ ਜੇ ਇਹ ਅੰਮ੍ਰਿਤਪਾਲ ਵਾਲੀ ਖਬਰ ਏਡੀ ਵੱਡੀ ਨਾ ਹੁੰਦੀ ਤੇ 2 ਖਬਰਾਂ ਬਹੁਤ ਅਹਿਮ ਸੀ ਜਿਹੜੀਆਂ ਦੱਬ ਗਈਆਂ। ਇੱਕ ਤਾਂ ਬੇਅਦਬੀ ਮਾਮਲਿਆਂ ਦੇ ਵਿੱਚ ਜੋ ਫਰੀਦਕੋਟ ਹਾਈ ਕੋਰਟ ਹਰ ਜਗ੍ਹਾ ਹੋ ਰਿਹਾ ਸੀ, ਉਹਦੀ ਖਬਰ ਬਹੁਤ ਪਿੱਛੇ ਚਲੇਗੀ, ਸਰਕਾਰ ਆਪਣੀ ਪ੍ਰਾਪਤੀ ਵਜੋਂ ਵੀ ਇਹਨੂੰ ਗਣਾ ਰਹੀ ਸੀ। ਤੇ ਦੂਜਾ ਮਾਮਲਾ ਲਾਰੈਂਸ ਬਿਸ਼ਨੋਈ ਦੀ ਉਹ ਇੰਟਰਵਿਊ ਤੋਂ ਬਾਅਦ ਉੱਠਿਆ ਬਵਾਲ, ਜ਼ਬਰਦਸਤ ਬਵਾਲ, ਉਹ ਸਭ ਧੂੜ ਦੇ ਥੱਲੇ ਬਹਿ ਗਿਆ। ਭਾਸਕਰ ਸਾਹਿਬ, ਰਾਹੁਲ ਗਾਂਧੀ ਵਾਲੀ ਗੱਲ ਕਰੀਏ ਫਿਰ ਖਤਮ। ਰਾਹੁਲ ਗਾਂਧੀ ਪਿਛਲੇ ਦਿਨਾਂ ਦੇ ਵਿੱਚ ਕੈਂਬਰਿਜ ਯੂਨੀਵਰਸਿਟੀ UK ਗਏ ਸੀ। ਉੱਥੇ ਉਹਨਾਂ ਨੇ ਭਾਸ਼ਣ ਦਿੱਤਾ। ਜਦ ਬੰਦਾ ਭਾਸ਼ਣ ਦੇ ਰਿਹਾ ਹੁੰਦਾ ਨਾ ਤੇ ਕਈ ਵਾਰ ਜਜ਼ਬਾਤੀ ਹੋ ਜਾਂਦਾ ਔਰ ਕੁਝ ਗੱਲਾਂ ਇਦਾਂ ਦੀ ਕਰ ਦਿੰਦਾ ਜਿਹੜੇ ਇੱਥੇ ਬੈਠੇ ਬੰਦੇ ਛੱਡ ਕੇ ਗਏ ਨੇ ਨਾ, ਉਹਨਾਂ ਨੂੰ ਪਸੰਦ ਨਹੀਂ ਆਉਂਦੀ। ਉਸ ਕੈਂਬਰਿਜ ਯੂਨੀਵਰਸਿਟੀ ਦੇ ਭਾਸ਼ਣ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਸਾਡੀ ਤੇ ਪਾਰਲੀਮੈਂਟ ਦੇ ਵਿੱਚ ਜਦ ਅਸੀਂ ਬੋਲਦੇ ਹਾਂ ਤੇ ਸਾਡੇ ਮਾਈਕ ਮਿਊਟ ਕਰ ਦਿੰਦੇ ਨੇ। ਔਰ ਹੋਰ ਵੀ ਚਾਈਨਾ ਦੇ ਮੁੱਦੇ ਦੇ ਉੱਤੇ ਕੁਝ ਗੱਲਾਂ ਉਹਨਾਂ ਨੇ ਕੀਤੀ ਸੀਗੀ, ਜਿਹਦਾ ਇੱਥੇ ਆ ਕੇ ਵਿਰੋਧ ਹੋਇਆ। ਔਰ ਪਾਰਲੀਮੈਂਟ ਦੇ ਵਿੱਚ ਜਦ ਰਾਹੁਲ ਗਾਂਧੀ ਵੜਦੇ ਸੀਗੇ ਤੇ ਬਾਕੀ ਸਾਰੇ ਬਾਹਰ ਹੋ ਜਾਂਦੇ ਸੀ। ਸੈਸ਼ਨ 3 ਮਿੰਟ ਵੀ ਨਹੀਂ ਚੱਲਿਆ ਜਿਸ ਦਿਨ ਰਾਹੁਲ ਗਾਂਧੀ ਦੀ ਐਂਟਰੀ
ਪਾਰਲੀਮੈਂਟ ਦੇ ਵਿੱਚ ਹੋਈ ਸੀ। ਹੁਣ ਦਿੱਲੀ ਪੁਲਿਸ ਰਾਹੁਲ ਗਾਂਧੀ ਦੇ ਘਰੇ ਪਹੁੰਚ ਜਾਂਦੀ ਹੈ ਔਰ ਕਹਿੰਦੀ ਹੈ ਵੀ ਅਸੀਂ ਪੁੱਛਣਾ, ਤੁਸੀਂ ਭਾਰਤ ਜੋੜੋ ਯਾਤਰਾ ਦੇ ਵਿੱਚ ਇਹ ਗੱਲ ਕਹੀ ਸੀ ਕਿ ਮਹਿਲਾਵਾਂ ਦਾ ਭਾਰਤ ਦੇ ਵਿੱਚ ਯੌਨ ਸ਼ੋਸ਼ਣ ਹੁੰਦਾ ਹੈ, ਔਰ ਹੁਣ ਤੁਸੀਂ ਸਾਨੂੰ ਕੋਈ ਲਿਸਟ ਦਿਓ ਜਿਨ੍ਹਾਂ ਦਾ ਯੌਨ ਸ਼ੋਸ਼ਣ ਹੋਇਆ ਤਾਂ ਕਿ ਅਸੀਂ ਉਹਨਾਂ ਨੂੰ ਨਿਆਂ ਦਿਲਵਾ ਸਕੀਏ। ਇਹ ਤੀਜੀ ਵਾਰ ਸੀ ਜਦ ਦਿੱਲੀ ਪੁਲਿਸ ਰਾਹੁਲ ਗਾਂਧੀ ਦੇ ਘਰ ਕੁੰਡੀ ਖੜਕਾ ਰਹੀ ਸੀਗੀ। 2-3 ਘੰਟੇ ਤੋਂ ਬਾਅਦ ਰਾਹੁਲ ਗਾਂਧੀ ਉਹਨਾਂ ਨੂੰ ਟੀਮ ਨੂੰ ਮਿਲੇ ਤੇ ਸਹੀ, 10 ਪੁਆਇੰਟ ਤੇ ਸੀਗੇ, 4 ਕੀ ਗੱਲਾਂ ਦਾ ਜਵਾਬ ਦਿੱਤਾ, ਬਾਕੀ ਕਹਿੰਦੇ ਮੈਂ ਸੋਚ ਕੇ ਦੇਵਾਂਗਾ, ਕਿਉਂਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਮੈਂ ਬਹੁਤ ਸਾਰੀ ਗੱਲਾਂ ਕੀਤੀ ਸੀ। ਔਰ ਇਹ ਗੱਲ ਉਹਨਾਂ ਨੇ ਕੀਤੀ ਸੀ 30 ਜਨਵਰੀ ਨੂੰ ਜਦ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹਦਾ ਸਮਾਪਨ ਸੀਗਾ। ਹੁਣ ਇਸ ਗੱਲ ਨੂੰ ਅੱਗੇ ਤੋਰਨਾ ਇਹ ਉਹਨਾਂ ਲੋਕਾਂ ਦੇ ਵਾਸਤੇ ਵੀ ਇੱਕ ਲੈਸਨ ਹੈਗਾ ਜਿਹੜੇ ਸਿਆਸੀ ਸਟੇਜਾਂ ਤੋਂ ਕੁਝ ਐਦਾਂ ਦੀ ਚੀਜ਼ਾਂ ਬੋਲ ਦਿੰਦੇ ਨੇ ਔਰ ਬਾਅਦ ਚੋਂ ਪ੍ਰੂਵ ਕਰਨਾ ਬੜਾ ਔਖਾ ਹੋ ਜਾਂਦਾ ਹੈ। ਦਿੱਲੀ ਪੁਲਿਸ ਨੂੰ ਹੁਣ ਕੀ ਕਹਿਣਗੇ, ਕਿੱਥੋਂ ਲੈ ਕੇ ਆਣਗੇ ਉਹ ਮਹਿਲਾਵਾਂ ਜਿਨ੍ਹਾਂ ਦਾ ਯੌਨ ਸ਼ੋਸ਼ਣ ਹੋਇਆ। ਪਰ ਚਲੋ ਗੱਲ ਪੋਲੀਟੀਕਲੀ ਅੱਗੇ ਤੁਰ ਰਹੀ ਹੈ, ਇਹਦੇ ਵਿੱਚ ਕੱਢਣ ਪਾਣ ਨੂੰ ਕੁਝ ਨਹੀਂ ਹੈਗਾ, ਕਿਉਂਕਿ ਐਦਾਂ ਦੇ ਸਿਆਸੀ ਭਾਸ਼ਣ ਸਾਰੇ ਪੋਲੀਟੀਸ਼ੀਅਨਸ ਦਿੰਦੇ ਨੇ ਔਰ ਜਦ ਉਹਨਾਂ ਦੇ ਭਾਸ਼ਣ ਦੇ ਉੱਤੇ ਕੋਈ ਪੁਲਿਸ ਜਾ ਕੇ ਕੁਝ ਪੁੱਛ ਲੇ ਨਾ ਤੇ ਜਵਾਬ ਦੇਣ ਨੂੰ ਕੁਝ ਨਹੀਂ ਹੁੰਦਾ। ਇੰਦਰਪ੍ਰੀਤ ਜੀ, ਆਖਰੀ ਟਿੱਪਣੀ ਮੈਂ ਜ਼ਰੂਰ ਲੈਣਾ ਚਾਹੂੰਗਾ। ਸਿਆਣੇ ਪੋਲੀਟੀਸ਼ੀਅਨ ਅਕਸਰ ਵਿਧਾਨ ਸਭਾ ਦੇ ਅੰਦਰ ਜਾਂ ਪਾਰਲੀਮੈਂਟ ਦੇ ਅੰਦਰ ਬੋਲਦੇ ਆ, ਕਿਉਂਕਿ ਇਹ ਪ੍ਰਿਵਿਲੇਜ ਹੁੰਦਾ ਹੈ, ਇਹ ਫਾਇਦਾ ਹੁੰਦਾ ਹੈ ਕਿ ਤੁਸੀਂ ਵਿਧਾਨ ਸਭਾ ਦੇ ਜਾਂ ਪਾਰਲੀਮੈਂਟ ਦੇ ਅੰਦਰ ਜੋ ਮਰਜ਼ੀ ਕਹਿ ਲਓ, ਉਹ ਕਿਸੇ ਡੈਫਾਮੇਸ਼ਨ ਦੇ ਦਾਇਰੇ 'ਚ ਨਹੀਂ ਆਉਂਦਾ। ਵਿਧਾਨ ਸਭਾ ਦੇ ਅੰਦਰ ਕੇਜਰੀਵਾਲ ਸਾਹਿਬ ਨੂੰ ਜਦੋਂ ਕਿਤੇ ਤੁਸੀਂ ਬਾਹਰ ਬੋਲਣ ਲਈ ਕਹੋਗੇ ਨਹੀਂ ਬੋਲਦੇ, ਪਰ ਵਿਧਾਨ ਸਭਾ ਦੇ ਅੰਦਰ ਜਾ ਕੇ ਉਹ ਕੁਝ ਕਹਿੰਦੇ ਆ ਜਿਹੜਾ ਕਿਹਾ ਜਾ ਸਕਦਾ ਵੱਧ ਤੋਂ ਵੱਧ। ਮੈਨੂੰ ਲੱਗਦਾ ਇਹ ਸਿਆਣੇ ਲੀਡਰਾਂ ਦੀ ਨਿਸ਼ਾਨੀ ਹੁੰਦੀ ਹੈ। ਪਰ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਘੇਰਿਆ ਜਾ ਰਿਹਾ, ਕਿਤੇ ਵੱਡਾ ਲੀਡਰ ਹੀ ਨਾ ਬਣਾ ਲੈਣ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਨਾ ਇਸ ਐਪੀਸੋਡ ਦੇ ਵਿੱਚ ਇੱਕ ਪੁਆਇੰਟ ਹੋਰ ਦੇਖ ਰਿਹਾ ਸੀਗਾ ਕਿ ਰਾਹੁਲ ਗਾਂਧੀ ਦੀ ਸਟੇਟਮੈਂਟ ਨੂੰ ਲੈ ਕੇ ਜਿਹੜੀ ਸੱਤਾ ਪਕਸ਼ ਹੈ ਉਹੀ ਵਿਧਾਨ ਸਭਾ ਪਾਰਲੀਮੈਂਟ ਚੱਲਣ ਨਹੀਂ ਦੇ ਰਹੀ। ਇਹ ਬੜਾ ਇੱਕ ਅਜੀਬ ਫਿਨੋਮੇਨਾ ਮੈਨੂੰ ਨਜ਼ਰ ਆਇਆ, ਜਦਕਿ ਜਿਹੜਾ ਸੈਸ਼ਨ ਹੁੰਦਾ ਹੈ, ਚਾਹੇ ਉਹ ਵਿਧਾਨ ਸਭਾ ਦਾ ਹੋਵੇ ਚਾਹੇ ਉਹ ਪਾਰਲੀਮੈਂਟ ਦਾ ਹੋਵੇ, ਉਹਨੂੰ ਚਲਾਣਾ ਸੱਤਾ ਧਿਰ ਦੀ ਜ਼ਿੰਮੇਵਾਰੀ ਹੈ, ਓਪੋਜੀਸ਼ਨ ਦੀ ਜ਼ਿੰਮੇਵਾਰੀ ਨਹੀਂ ਹੈ। ਸੱਤਾ ਧਿਰ ਹੀ ਜਿਹੜੇ ਨਹੀਂ ਚਲਾ ਰਹੀ ਤਾਂ ਇਹਦਾ ਮਤਲਬ ਹੈ ਕਿ ਸਾਫ਼ ਸੈਸ਼ਨ ਨੂੰ ਚੱਲਣ ਹੀ ਨਹੀਂ ਦੇਣਾ ਚਾਹੁੰਦੇ ਹੋ। ਅਦਰਵਾਈਜ਼ ਕੋਈ ਐਡੀ ਗੱਲ ਨਹੀਂ ਹੈ। ਜਦੋਂ ਕਹਿ ਰਿਹਾ, ਜੇ ਉਹਨਾਂ ਨੇ ਕਿਹਾ ਵੀ ਰਾਹੁਲ ਗਾਂਧੀ ਇਹ ਕਹਿ ਰਿਹਾ ਹੈ ਵੀ ਜੋ ਵੀ ਉਹਨੇ ਸਟੇਟਮੈਂਟ ਦਿੱਤੀ ਹੈ ਉਹਦੇ ਨਾਲ ਦੇਸ਼ ਦੀ ਬਹੁਤ ਬਦਨਾਮੀ ਹੋਈ ਹੈ, ਰਾਹੁਲ ਗਾਂਧੀ ਨੂੰ ਇਸ ਤੇ ਮਾਫੀ ਮੰਗਣੀ ਚਾਹੀਦੀ ਹੈ, ਤਾਂ ਫਿਰ ਜਦੋਂ ਅੰਦਰ ਆ ਰਿਹਾ ਤਾਂ ਤੁਸੀਂ ਲੋਕ ਬਾਹਰ ਕਿਉਂ ਜਾ ਰਹੇ ਹੋ? ਫਿਰ ਤਾਂ ਚਲਾਓ ਸੈਸ਼ਨ ਨੂੰ। ਉਹ ਆ ਰਿਹਾ ਹੈ, ਉਹਨੂੰ ਕਹੋ ਵੀ ਮਾਫੀ ਮੰਗ ਜਾਂ ਆਪਣੀ ਇਸ ਤੇ ਸਟੇਟਮੈਂਟ ਦੇ। ਸਟੇਟਮੈਂਟ ਜੋ ਕੁਝ ਵੀ ਬੋਲੇ ਤੁਹਾਨੂੰ ਉਹ ਸਵੀਕਾਰ ਕਰਨਾ ਹੀ ਚਾਹੀਦਾ ਹੈ। ਤੇ ਇਹ ਮੈਨੂੰ ਲੱਗਦਾ ਕਿ ਇੱਥੇ ਇੱਕ ਬਹੁਤ ਵੱਡੀ ਗਲਤੀ ਸੱਤਾਧਾਰੀ ਧਿਰ ਹੀ ਕਰੀ ਜਾ ਰਹੀ ਹੈ ਕਿ ਜਿਹੜਾ ਸੈਸ਼ਨ ਨੂੰ ਹੀ ਚੱਲਣ ਨਹੀਂ ਦੇ ਰਹੀ। ਸੇਮ ਹੀ ਇਸ ਤਰ੍ਹਾਂ ਦੀ ਮੈਨੂੰ ਯਾਦ ਹੈ ਇੱਕ ਵਾਰੀ ਗੱਲ ਸੁਖਬੀਰ ਬਾਦਲ ਨੇ ਵੀ ਵਿਧਾਨ ਸਭਾ ਦੇ ਵਿੱਚ ਇਹ ਕਹੀ ਸੀ ਵੀ ਤੁਸੀਂ ਫਿਰ ਏਦਾਂ ਚਲਾ ਕੇ ਦਿਖਾਓ ਵਿਧਾਨ ਸਭਾ। ਉਹ ਬਹੁਤ ਉਹਨਾਂ ਦੀ ਬਾਤ ਜਦੋਂ ਉਹਨਾਂ ਨੂੰ ਪੁੱਛਿਆ ਵੀ ਉਹਨਾਂ ਨੇ ਥੋੜਾ ਚਲਾਣਾ ਤਾਂ ਤੁਸੀਂ ਹੈ, ਫਿਰ ਉਹਨਾਂ ਨੂੰ ਥੋੜੀ ਸ਼ਰਮਿੰਦਗੀ ਵੀ ਹੋਈ ਯਾਰ ਵੀ ਇਹ ਗਲਤ ਸਟੇਟਮੈਂਟ ਨਿਕਲ ਗਈ ਮੇਰੇ ਤੋਂ। ਕਹਿ ਲੈਂਦੇ ਹੁੰਦੇ ਬੰਦੇ ਵੱਡੇ ਨਾਲੇ ਰੰਧਾਵਾ ਜੀ, ਵਿਧਾਨ ਸਭਾ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਬੰਦੇ ਘਬਰਾ ਵੀ ਜਾਂਦੇ। ਯਾਦ ਕਰੋ ਜਦ ਚੰਨੀ ਉਹਨਾਂ ਨੂੰ ਸਵਾਲ ਪੁੱਛ ਲਿਆ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਤੁਹਾਡੀ ਸਰਕਾਰ ਨੇ ਕੀਤਾ ਕੀ, ਉਹ ਕਹਿੰਦੇ ਪੈਚ ਵਰਕ। ਉਹ ਕਨਫਿਊਜ਼ਨ ਹੀ ਸੀਗਾ ਜਿਹਦੇ ਵਿੱਚ ਉਹ ਜਵਾਬ ਦੇ ਗਏ। ਬਾਅਦ ਚੋਂ ਜਿਹੜਾ ਹਾਸਾ ਠੱਠਾ ਵਿਧਾਨ ਸਭਾ ਦੇ ਵਿੱਚ ਹੋਇਆ, ਉਸ ਹਾਸੇ ਠੱਠੇ ਨੂੰ ਸਾਰਿਆਂ ਨੇ ਇੰਜੋਏ ਕੀਤਾ ਸੀਗਾ। ਕਈ ਵਾਰੀ ਮਿੱਥ ਕੇ ਵੀ ਗੇਮਾਂ ਖੇਡੀਆਂ ਜਾਂਦੀਆਂ। ਚੰਨੀ ਸਾਹਿਬ ਨੇ ਉਹ ਜਵਾਬ ਆਪਣੀ ਪਾਰਟੀ ਨੂੰ ਐਮਬੈਰਸ ਕਰਨ ਲਈ ਵੀ ਦਿੱਤਾ ਹੋ ਸਕਦਾ, ਨਹੀਂ ਤੇ ਜਿੰਨੇ ਉਹ ਹਾਜ਼ਰ ਜਵਾਬ ਨੇ ਪੈਚ ਵਰਕ ਕਹਿ ਕੇ ਗਲਤੀ ਨਹੀਂ ਸੀ ਕਰਨੀ। ਜਾਂ ਹੋ ਸਕਦਾ ਉਦੋਂ ਹਾਸੇ ਠੱਠੇ ਦੇ ਮੂਡ 'ਚ ਹੋਣ ਵੀ ਏਦਾਂ ਪੋਜ਼ਿਟਿਵ ਪਬਲਿਸਿਟੀ ਤੇ ਚੱਲਦੀ ਨਹੀਂ, ਨੈਗੇਟਿਵ ਪਬਲਿਸਿਟੀ ਚਲਾਓ। ਤੇ ਚੰਨੀ ਸਾਹਿਬ ਨੇ ਨੈਗੇਟਿਵ ਪਬਲਿਸਿਟੀ ਦੇ ਸਿਰ ਤੇ ਵੀ ਉਡਾਰੀ ਭਰੀ ਹੈ। ਉਹਨਾਂ ਦੀ ਬਾਡੀ ਲੈਂਗੁਏਜ ਵਿਧਾਨ ਸਭਾ ਦੇ ਵਿੱਚ ਏਦਾਂ ਦੀ ਸੀਗੀ ਜਿੱਦਾਂ ਪੈਚ ਵਰਕ ਕਹਿ ਕੇ ਉਹਨਾਂ ਨੂੰ ਹੈਰਾਨੀ ਹੋ ਰਹੀ ਸੀ ਵੀ ਸਾਰੇ ਹੱਸ ਕਿਉਂ ਰਹੇ ਨੇ। ਹਾਂ, ਉਹ ਮੈਂ ਤੇ ਬਿਲਕੁਲ ਠੀਕ ਕਿਹਾ ਆਪਾਂ ਪੈਚ ਵਰਕ ਕਰਾਇਆ। ਉਹ ਜਿਹੜੀ ਇਨੋਸੈਂਸ ਸੀ ਨਾ ਚੰਨੀ ਉਹਨਾਂ ਦੇ ਚਿਹਰੇ ਦੇ ਉੱਤੇ, ਉਹ ਅੱਜ ਤੱਕ ਯਾਦ ਹੈ ਸਾਰਿਆਂ ਨੂੰ। ਨਹੀਂ, ਸੱਚੇ ਬੰਦੇ ਨੇ, ਸੱਚ ਬੋਲਦੇ ਰਹਿੰਦੇ ਆ। ਉਹ ਮੰਜੇ ਬੁਣ ਤੋਂ ਲੈ ਕੇ ਬੱਕਰੀਆਂ ਚੋਣ ਤੱਕ ਇਹ ਇਸ ਤਰ੍ਹਾਂ ਦੇ ਆਪਾਂ ਲੀਡਰ ਘੱਟ ਵੇਖਦੇ ਆ ਜਿਹੜੇ ਗਰਾਊਂਡ ਨਾਲ ਜੁੜੇ ਹੋਣ। ਮੈਨੂੰ ਤਾਂ ਕਦੇ ਕਦੇ ਆਪਣਾਪਣ ਜਿਹਾ ਲੱਗੀ ਜਾਂਦਾ ਸੀ। ਚੰਨੀ ਸਾਹਿਬ ਗੁੜ ਵਾਲੇ ਉਹ ਜਗ੍ਹਾ ਤੇ ਬੈਠੇ, ਗੁੜ ਨਿਕਲਣ ਡਿਆ, ਥੋੜਾ ਥੋੜਾ ਉਂਗਲਾਂ ਨਾਲ ਖਾ ਰਹੇ ਆ, ਨਿੱਕੇ ਹੁੰਦਿਆਂ ਦੀਆਂ ਗੱਲਾਂ ਹੈ ਨਾ, ਗੰਨੇ ਚੂਪ ਰਹੇ ਆ। ਮੈਨੂੰ ਤਾਂ ਲੱਗਦਾ ਸੀ ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਪੁਰਾਣੇ ਚਾਅ ਸਾਰੇ ਪੂਰੇ ਕੀਤੇ, ਤਾਈਓ ਤੇ ਹੁਣ ਪੰਗਾ ਵੀ ਪੈ ਜਾਂਦਾ। ਬਹੁਤ ਮਿਹਰਬਾਨੀ, ਧੰਨਵਾਦ ਜੀ, ਥੈਂਕ ਯੂ ਜੀ।